मैं देख रहा तुहानूं काफ़ी गर्मी लग रही है। बाइबल दे विच लिखिया प्रभु यीशु मसीह जदों गतसमनी बाग च दुआ करदे सी, ठंड का समा सी, क्योंकि जो प्रभु नूं फड़ के लै गए तो पतरस मगर मगर गया तो उत्थे कुछ सिपाही जिहड़े सी अग सेक रहे सी। और देखो असीं जाणदे हां कि सर्दियों के दिनों के जे असीं किसी बाग दे विच होईए, जंगल दे विच होईए, रुखां वाली थां ते सगों ठंड होर ज़्यादा लगेगी। यीशु मसीह गतसमनी नामे बाग दे विच दुआ करदे और लूका लिखदा कि दुआ करदियां करदा उहदा इन्ना बुरा हाल हो रहा सी कि उहदा जिहड़ा मुड़का सी, उहदा पसीना जिहड़ा सी लहू दीआं बूंदां दी तरह थल्ले डिगदा सी। तो प्रभु यीशु मसीह ने भी साडी खातर बहुत कुछ सहा है। बोलो हालेलुया। ਜਿਹੜੇ ਸੌਂਦੇ ਏਸੀ 'ਚ, ਕੰਮ ਏਸੀ 'ਚ, ਗੱਡੀ ਏਸੀ, ਸਾਰਾ ਏਸੀ ਏਸੀ, ਉਹ ਫਿਰ ਕਈ ਜਦੋਂ ਯਕਦਮ ਧੁੱਪ ਦੇ ਵਿੱਚ ਆਉਂਦੇ ਉਹਨਾਂ ਨੂੰ ਅਟੈਕ ਹੋ ਜਾਂਦਾ, ਮੂੰਹ ਵਿੰਗਾ ਆ ਜਾਂਦਾ, ਜੀਭ ਬਾਹਰ ਆ ਜਾਂਦੀ। ਅੱਜ ਕੱਲ੍ਹ ਦੀਆਂ ਨਾ ਮਾਵਾਂ ਵੀ ਬੜੀਆਂ ਫੈਂਸੀ ਹੋ ਗਈਆਂ ਕਈ, ਹੈਂ ਨਿਆਣਾ ਨਵਾਲ ਨਵੂਲ ਕੇ ਬਾਹਰ ਕੱਢਿਆ, ਧੁੱਪੇ ਨਹੀਂ ਜਾਣਾ ਬੇਟਾ, ਹੈਂ ਘੱਟਾ ਨਹੀਂ ਲੱਗਣਾ ਚਾਹੀਦਾ। ਤਾਂ ਉਹ ਨਿਆਣੇ ਜਿਹੜੇ ਉਹ ਮੁੜ ਕੇ ਐਵੇਂ ਪੋਲੇ 'ਚ ਰਹਿ ਜਾਂਦੇ। परमेश्वर अपने पुत्र नाल प्यार करता सी, इसलिए उन्होंने हर एक कष्ट के विचों दी उन्हें लंघाया। लिखिया भावें वो पुत्र सी और उहदे विच एक भी पाप नहीं सी, पर तां भी उन्हें दुख चलिया। तो असीं तो जानते हैं कि साडे कोल तो बहुत सारे पाप हुंदे और दुखां दे विचों दी लंघना जरूरी है। हालेलुया, जोर से हालेलुया। तुहानूं पता जिहड़ा स्टील है किदां तैयार हुंदा है? ये लोहे नूं रगड़ रगड़ के ਇਹਦੇ ਤੋਂ ਸਟੀਲ ਤਿਆਰ ਕੀਤਾ ਜਾਂਦਾ ਹੈ। ਹੀਰਾ ਜਦੋਂ ਤਿਆਰ ਕੀਤਾ ਜਾਂਦਾ ਉਹ ਸਿਰਫ ਇੱਕ ਪੱਥਰ ਹੁੰਦਾ ਮਾਮੂਲੀ, ਔਰ ਇਸ ਪੱਥਰ ਨੂੰ ਰਗੜ ਰਗੜ ਕੇ ਹੀਰਾ ਬਣਾਇਆ ਜਾਂਦਾ ਹੈ। ਆਮ ਪੱਥਰ ਨੂੰ ਨਹੀਂ, ਉਹ ਪਹਿਲਾਂ ਤੋਂ ਹੀ ਹੀਰਾ ਹੁੰਦਾ ਪਰ ਉਦੋਂ 'ਚ ਇੰਨੀ ਚਮਕ ਨਹੀਂ ਹੁੰਦੀ। ਆਪ ਵੀ ਜਦੋਂ ਰਗੜੇ ਖਾਓਗੇ ਆਪ ਚਮਕੋਗੇ। ਬੁੱਧਵਾਰ ਮੈਂ ਖੁਦਾ ਦੇ ਵਚਨ ਦੇ ਵਿੱਚ ਦੱਸਿਆ ਸੀ ਕਿ ਆਪਣੇ ਕਰੈਕਟਰ ਨੂੰ ਬਣਾ ਕੇ ਰੱਖਣਾ ਹੈ। ਬੋਲੋ ਹਾਲੇਲੂਇਆ, ਬੋਲੋ ਵੀ ਹਾਲੇਲੂਇਆ। गर्मी लगती, बोलो हालेलुया। हथ उठा के हालेलुया। जो आप झोना लाने, झोना लाने का सीजन आ चलिया है, नाले लक कुब्बा ते नाले गर्मी ठा दी करते ना धुप्पे काम, कोई परवाह नहीं करी दी गर्मी की। लूका दी अंजील उहदे 2 अध्याय दे विच असीं आवांगे, उहदी 41 आयत। ਅਸੀਂ ਆਪਣੇ ਕਰੈਕਟਰ ਨੂੰ ਬਣਾ ਕੇ ਰੱਖਣਾ ਹੈ। ਅੱਜ ਅਸੀਂ ਇਹਦਾ ਦੂਸਰਾ ਭਾਗ ਸਿੱਖਾਂਗੇ। ਆਪਨੇ ਨੂੰ ਸਿੱਖਣਾ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ। ਲੂਕਾ ਦੀ ਅੰਜੀਲ 2 ਅਧਿਆਇ ਉਹਦੀ 41 ਆਇਤ ਤੋਂ ਮੈਂ ਪੜਾਂਗਾ, ਆਪਨੇ ਸਭ ਨੇ ਧਿਆਨ ਦੇ ਨਾਲ ਸੁਣਨਾ ਹੈ। ਲਿਖਿਆ ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ। ਇਹ ਪ੍ਰਭੂ ਯਿਸੂ ਦੀ ਗੱਲ ਹੋ ਰਹੀ ਹੈ। ਅਤੇ ਜਾਂ ਉਹ 12 ਵਰਿਆਂ ਦਾ ਹੋਇਆ, ਕੌਣ? ਪ੍ਰਭੂ ਯਿਸੂ ਸੀ। ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ, ਪਰ ਉਹਦੇ ਮਾਪਿਆਂ ਨੂੰ ਮਾਲੂਮ ਨਾ ਸੀ। ਪਰ ਇਹ ਸਮਝ ਕੇ ਵੀ ਉਹ ਕਾਫਲੇ ਵਿੱਚ ਹੈ, ਉਹ ਇੱਕ ਮੰਜ਼ਿਲ ਗਏ ਤਦ ਉਹਨੂੰ ਸਾਕਾਂ ਤੇ ਜਾਣਾ ਪਛਾਣਾ ਵਿੱਚ ਭਾਲਿਆ। और जद वो ना लभा तद ਉਹਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ ਅਤੇ ਐਉਂ ਹੋਇਆ ਜੋ ਉਹਨਾਂ ਨੇ 3 ਦਿਨਾਂ ਪਿੱਛੋਂ ਉਹਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਾ ਉਹਨਾਂ ਦੀ ਸੁਣਦਿਆਂ ਤੇ ਉਹਨਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ। ਸਾਰੇ ਸੁਣਨ ਵਾਲੇ ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਤਦ ਉਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹਦੀ ਮਾਤਾ ਨੇ ਉਹਨੂੰ ਆਖਿਆ, ਪੁੱਤਰ ਤੈਂ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ। ਉਹਨੇ ਉਹਨਾਂ ਨੂੰ ਆਖਿਆ, ਕਾਹਨੂੰ ਤੁਸੀਂ ਮੈਨੂੰ ਲੱਭਦੇ ਸੋ? ਭਲਾ ਤੁਸੀਂ ਨਹੀਂ ਜਾਣਦੇ ਸੋ ਵੀ ਮੈਨੂੰ ਚਾਹੀਦਾ ਜੋ ਆਪਣੇ ਪਿਤਾ ਦੇ ਕੰਮਾਂ 'ਚ ਲੱਗਾ ਰਵਾਂ? ਪਰ ਉਹਨਾਂ ਇਸ ਗੱਲ ਨੂੰ ਜਿਹੜੀ ਉਸਨੇ ਆਖੀ ਨਾ ਸਮਝਿਆ। ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ, ਉਹਨਾਂ ਦੇ ਅਧੀਨ ਰਿਹਾ ਔਰ ਉਹਦੀ ਮਾਤਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ। 52 ਆਇਤ जो लास्ट आयत है। यीशु ज्ञान और कद और परमेश्वर ते मनुखों की कृपा विच वाधा गया। आमीन। अपने करैक्टर नूं बना के रखना बड़ा जरूरी है।
ਸਾਡੇ ਦੇਸ਼ ਦੀ ਪੁਲਿਸ, ਸਾਡੇ ਦੇਸ਼ ਦੀ ਆਰਮੀ, ਹੋਰ ਵੀ ਬਹੁਤ ਸਾਰੇ ਸਰਕਾਰੀ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਅੱਛੇ ਮੁਲਾਜ਼ਮ ਨੇ, ਬਹੁਤ ਅੱਛੇ ਆਫੀਸਰ ਨੇ, ਔਰ ਇਹਨਾਂ ਦੇ ਵਿੱਚ ਹੀ ਬਹੁਤ ਮਾੜੇ ਆਫੀਸਰ ਵੀ ਹੁੰਦੇ, ਕਰਪਟ ਆਫੀਸਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇੱਕ ਸੁਪਰੀਟੈਂਡੈਂਟ ਜਿਹੜਾ SHO ਹੁੰਦਾ ਹੈ, ਉਹਨੂੰ ਆਪਣੇ ਕਰੈਕਟਰ ਨੂੰ ਬਣਾ ਕੇ ਰੱਖਣਾ ਪੈਂਦਾ ਹੈ, ਪਰ ਅਗਰ ਉਹ ਵੱਢੀ ਲੈਂਦਾ ਹੈ, ਰਿਸ਼ਵਤ ਲੈਂਦਾ ਹੈ, ਗਲਤ ਮਲਤ ਕੰਮ ਕਰਦਾ ਹੈ, ਜਿੱਦਣ ਉਹ ਫੜਿਆ ਜਾਂਦਾ ਹੈ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਤੇ ਉਹਨੂੰ ਨੌਕਰੀ ਤੋਂ ਵੀ ਕੱਢਿਆ ਜਾਂਦਾ, ਸਜ਼ਾ ਵੀ ਹੋ ਸਕਦੀ। ਅਸੀਂ ਇੱਕ ਮਸੀਹ ਹਾਂ ਹੁਣ, ਬੋਲੋ ਹਾਲੇਲੂਇਆ। ਯਿਸੂ ਮਸੀਹ ਸਾਡੇ ਲਈ ਸਭ ਤੋਂ ਵਧੀਆ ਉਦਾਹਰਣ ਹੈ। ਯਿਸੂ ਮਸੀਹ ਦੀ ਜਿਹੜੀ ਇਸ ਸਮੇਂ ਅਸੀਂ ਕਹਾਣੀ ਪੜ੍ਹੀ, ਉਦੋਂ ਯਿਸੂ ਮਸੀਹ ਦੀ ਉਮਰ ਇਸ ਧਰਤੀ ਦੇ ਉੱਤੇ 12 ਸਾਲ ਸੀ। ਇੱਥੇ 12 ਸਾਲ ਦਾ ਬੱਚਾ ਕੌਣ ਹੈ? ਮਿਹਰਬਾਨੀ ਕਰਕੇ ਹੱਥ ਉਠਾਓ। 12 ਸਾਲ ਦਾ ਕੋਈ ਬੱਚਾ ਹੈਗਾ ਤੇ ਦਾਨੀ ਤੂੰ ਕਿੰਨੇ ਸਾਲਾਂ ਦਾ? 13 ਦਾ ਨਾ, ਖੜਾ ਹੀ। ਦੇਖੋ, ਇਹ ਦਾਨੀਅਲ ਦਾ ਥੋੜੇ ਦਿਨ ਪਹਿਲਾਂ ਜਨਮ ਦਿਨ ਮਨਾਇਆ, ਠੀਕ ਹੈ, ਸਾਡੇ ਭਾਈ ਹੀਰੇ ਦਾ ਬੇਟਾ ਹੈ। ਇਹ 13 ਸਾਲਾਂ ਦਾ ਹੈ ਤੇ ਯਿਸੂ ਮਸੀਹ ਦੇ ਬਾਰੇ ਲਿਖਿਆ ਕਿੰਨੇ ਸਾਲਾਂ ਦਾ ਸੀ? 12 ਦਾ। ਚਲੋ ਹੋ ਸਕਦਾ ਉੱਥੇ ਯਿਸੂ ਮਸੀਹ ਦਾ ਕੱਦ ਘੱਟ ਹੋ ਸਕਦਾ ਜਾਂ ਵੱਧ ਹੋ ਸਕਦਾ, ਕਿਉਂਕਿ ਕਈ ਵਧਣ 'ਚ ਛੇਤੀ ਵੱਧਦੇ, ਕਈ ਹੌਲੀ ਵੱਧਦੇ। ਬੈਠ ਜਾ। ਯਾਨੀ ਕਿ ਐਡਾ ਕਿ ਸੀ ਪ੍ਰਭੂ ਯਿਸੂ ਮਸੀਹ। ਔਰ ਲਿਖਿਆ ਉਸ ਸਮੇਂ ਇਹ ਰੀਤ ਸੀ ਕਿ ਸਾਰੇ ਯਹੂਦੀ ਲੋਕ, ਪਰਮੇਸ਼ਰ ਨੂੰ ਮੰਨਣ ਵਾਲੇ ਲੋਕ, ਸਾਲ ਬਾਅਦ ਉਹਨਾਂ ਨੇ ਯਰੂਸ਼ਲਮ ਸ਼ਹਿਰ ਦੇ ਵਿੱਚ ਜੋ ਖੁਦਾ ਦੀ ਪਵਿੱਤਰ ਹੈਕਲ ਸੀ ਉਹਦੇ ਵਿੱਚ ਜਾਣਾ ਹੀ ਜਾਣਾ ਹੁੰਦਾ ਸੀ। ਤੋ ਇਹ ਹਰ ਸਾਲ ਜਾਂਦੇ ਸੀ ਤੇ ਜਦੋਂ ਪ੍ਰਭੂ 12 ਸਾਲਾਂ ਦਾ ਆਇਆ ਉਦੋਂ ਵੀ ਇਹ ਗਏ। ਤੋ ਜਿੰਨੇ ਦਿਨ ਉੱਥੇ ਇਹ ਫਸਾ ਦਾ ਪਰਬ ਚੱਲਿਆ, ਉਹਨੂੰ ਮਨਾ ਕੇ ਜਦੋਂ ਵਾਪਸ ਮੁੜੇ ਤੋ ਲਿਖਿਆ ਯਿਸੂ ਮਸੀਹ ਇਹਨਾਂ ਦੇ ਨਾਲ ਨਹੀਂ ਸੀ। ਇਹਨਾਂ ਸੋਚਿਆ ਕੋਈ ਨਹੀਂ, ਰਿਸ਼ਤੇਦਾਰਾਂ 'ਚ ਕਿਸੇ ਦੇ ਨਾਲ ਹੋਣਾ, ਤੋ ਤੁਰ ਕੇ ਆਉਣ ਦੇ ਵਾਪਸ। ਲਿਖਿਆ 1 ਦਿਨ ਦਾ ਪੈਂਡਾ ਕੀਤਾ। ਕਿੰਨੇ ਦਿਨਾਂ ਦਾ? 1 ਦਿਨ ਦਾ ਪੈਂਡਾ ਕੀਤਾ। ਤੇ ਜਦੋਂ ਵੇਖਿਆ ਵੀ ਸਾਡੇ ਲਾਗੇ ਤੇ ਕਿਤੇ ਆਇਆ ਨਹੀਂ, ਤੇ ਉਹਨੂੰ ਰਿਸ਼ਤੇਦਾਰਾਂ 'ਚ ਜਾਣ ਪਛਾਣਾਂ 'ਚ ਲੱਭਣ ਡੈ ਪਏ, ਨਹੀਂ ਲੱਭਿਆ। ਤੋ ਲਿਖਿਆ ਹੈ 46 ਆਇਤ, ਐਂ ਹੋਇਆ ਜੋ ਉਹਨਾਂ ਨੇ 3 ਦਿਨਾਂ ਪਿੱਛੋਂ, ਕਿੰਨੇ ਦਿਨਾਂ ਪਿੱਛੋਂ ਬੋਲੋ? ਹਾਂ, ਤੁਹਾਡਾ ਨਿਆਣਾ ਗਵਾਚ ਜੇ, ਠੀਕ ਆ, ਤੁਸੀਂ 3 ਦਿਨ ਉਹਨੂੰ ਲੱਭਦੇ ਰਹੋ ਤੇ ਜਦੋਂ ਚੌਥੇ ਦਿਨ ਕਾਬੂ ਆਊ ਹੈ, ਜੇ ਜਿਹੜੀਆਂ ਤੇ ਪਿੰਡ ਦੀਆਂ ਮਾਵਾਂ ਵਾ ਨਾ, ਉਹ ਤੇ ਪਹਿਲਾਂ ਫੰਡੇ ਖੋਣਗੀਆਂ ਚੰਗੀ ਤਰ੍ਹਾਂ, ਪਰ ਜਿਹੜੀਆਂ ਸ਼ਹਿਰ ਦੀਆਂ ਨਾ ਉਹ ਤੇ ਕਹਿਣਗੀਆਂ ਹਾਏ ਮੇਰਾ ਪੁੱਤ ਕਿੱਥੇ ਚਲ ਗਿਆ ਸੀ। ਦੇਖੋ 3 ਦਿਨਾਂ ਬਾਅਦ 3 ਦਿਨ ਜਾਨੀ ਕਿ ਇਹ ਲੱਭਦੇ ਰਹੇ। ਪਹਿਲਾਂ ਗਾਂ ਨੂੰ ਲੱਭਦੇ ਗਏ, ਪਿਛਾਂ ਨੂੰ ਲੱਭਦੇ ਕਿੱਥੇ ਆ ਗਏ? ਵਾਪਸ ਹੈਕਲ ਦੇ ਵਿੱਚ। ਤੇ ਯਿਸੂ ਮਸੀਹ ਨੂੰ ਕਿੱਥੇ ਵੇਖਿਆ ਉਹਨਾਂ ਨੇ? ਲਿਖਿਆ ਯਿਸੂ ਮਸੀਹ ਨੂੰ ਉਹਨਾਂ ਨੇ ਵੇਖਿਆ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਾ ਹੋਇਆ। ਹੱਥਾਂ ਨੂੰ ਉਠਾ ਕੇ ਬੋਲਣਾ ਹਾਲੇਲੂਇਆ। ਇਸ ਗੱਲ ਨੂੰ ਧਿਆਨ ਦੇ ਨਾਲ ਨੋਟ ਕਰਿਓ, ਕਿੱਥੇ ਬੈਠਾ ਯਿਸੂ ਮਸੀਹ? ਗੁਰੂਆਂ ਦੇ ਵਿਚਕਾਰ ਬੈਠਾ। ਤੇ ਲਿਖਿਆ ਕੀ ਕਰਨ ਦਿਆ ਗੁਰੂਆਂ ਦੇ ਵਿਚਕਾਰ ਬੈਠ ਕੇ? ਲਿਖਿਆ ਗੁਰੂਆਂ ਦੇ ਵਿਚਕਾਰ ਬੈਠਿਆਂ ਉਹਨਾਂ ਦੀ ਸੁਣਦਿਆਂ ਅਤੇ ਉਹਨਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ। ਉਹਨਾਂ ਦੇ ਕੋਲੋਂ ਸੁਣਦਿਆਂ ਕਲਾਮ ਦੀਆਂ ਗੱਲਾਂ ਪ੍ਰਭੂ ਯਿਸੂ, ਤੇ ਨਾਲੇ ਉਹਨਾਂ ਨੂੰ ਸਵਾਲ ਕਰਦਾ। ਤੇ ਸਵਾਲ ਕਿਹੋ ਜਿਹੇ ਕਰਦਾ? 47 ਆਇਤ 'ਚ ਲਿਖਿਆ ਸਾਰੇ ਸੁਣਨ ਵਾਲੇ ਉਹਦੀ ਸਮਝ ਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਉਹ ਵੇਖੋ 12 ਸਾਲ ਦਾ ਲੜਕਾ ਉਸ ਸਮੇਂ ਦੇ ਗੁਰੂਆਂ ਦੇ ਵਿਚਕਾਰ ਬੈਠਾ ਹੋਇਆ, ਧਾਰਮਿਕ ਗੁਰੂਆਂ ਦੇ ਵਿਚਕਾਰ। ਉਹਨਾਂ ਨੂੰ ਯਿਸੂ ਮਸੀਹ ਦੀਆਂ ਗੱਲਾਂ ਦੇ ਉੱਤਰ ਨਹੀਂ ਆਉਂਦੇ, ਹੈਰਾਨ ਹੁੰਦੇ ਉਹਦੇ ਗਿਆਨ ਤੋਂ। ਉਧਰੋਂ ਮਰੀਮ ਆ ਕੇ ਪ੍ਰਭੂ ਯਿਸੂ ਨੂੰ ਕਹਿੰਦੇ ਨੇ, ਕਹਿੰਦੇ ਪੁੱਤਰਾ ਕੀ ਕੀਤਾ ਤੂੰ ਸਾਡੇ ਨਾਲ? 3 ਦਿਨ ਹੋ ਗਏ ਸੀ ਕਲਪਦੇ ਫਿਰਦੇ, ਤੈਨੂੰ ਲੱਭਦੇ ਫਿਰਦੇ। ਕੀ ਕਹਿੰਦਾ ਯਿਸੂ ਮਸੀਹ? ਕਹਿੰਦਾ ਮੈਨੂੰ ਚਾਹੀਦਾ, ਤੁਹਾਨੂੰ ਨਹੀਂ ਪਤਾ, ਮੈਨੂੰ ਚਾਹੀਦਾ ਮੈਂ ਆਪਣੇ ਪਿਤਾ ਦੇ ਕੰਮਾਂ 'ਚ ਲੱਗਾ ਰਵਾਂ। ਕਿਹੜੇ ਪਿਤਾ ਦੀ ਗੱਲ ਕਰ ਰਿਹਾ ਸੀ ਭਲਾ? ਸਵਰਗੀ ਪਿਤਾ ਦੀ। ਹੁਣ ਮੇਨ ਗੱਲ ਆ ਗਈ ਇੱਥੇ। ਕਿੰਨੇ ਸਾਲਾਂ ਦਾ ਪ੍ਰਭੂ ਯਿਸੂ ਮਸੀਹ ਇੱਥੇ? 12 ਸਾਲ ਦਾ। ਯਿਸੂ ਮਸੀਹ ਨੂੰ ਪਤਾ ਕਿ ਮੈਂ ਕੌਣ ਹਾਂ, ਯਿਸੂ ਮਸੀਹ ਨੂੰ ਪਤਾ ਕਿ ਮੈਂ ਸਵਰਗੀ ਪਿਤਾ ਦੀ ਮਰਜ਼ੀ ਪੂਰੀ ਕਰਨਾ ਆ। ਪਰ ਲਿਖਿਆ ਉਹ ਵਾਪਸ ਆਪਣੇ ਘਰ ਆਪਣੇ ਮਾਤਾ ਪਿਤਾ ਨਾਲ ਆਇਆ। ਕਿੰਨੇ ਸਾਲ ਰਿਹਾ ਆਪਣੇ ਮਾਂ-ਬਾਪ ਦੇ ਨਾਲ? ਫਿਰ ਹੋਰ 18 ਸਾਲ ਹੋਰ ਆਪਣੇ ਮਾਤਾ ਪਿਤਾ ਦੇ ਨਾਲ ਰਿਹਾ। ਇਹ ਜਾਣਦਾ ਹੋਇਆ ਵੀ ਕਿ ਮੇਰੀ ਡਿਊਟੀ ਕੀ ਹੈ। ਬੋਲੋ ਸਾਰੇ ਹਾਲੇਲੂਇਆ। ਹੱਥ ਹੈਗੇ ਤੇ ਚੁੱਕਿਆ ਕਰੋ, ਨਹੀਂ ਹੈਗੇ ਤੇ ਕੁਝ ਹੋਰ ਨਾ ਕਢਾ ਦਿਓ ਮੇਰੇ ਮੂੰਹ 'ਚੋਂ। ਹਾਲੇਲੂਇਆ। बारह साल का प्रभु घर आ गया, वापस अपने माँ बाप के अधीन रहा। हालेलुया हालेलुया
देखो किड्डे सोहने लगते जे हैं। तो देखो आपां अपने प्रभु यस्सू तो सीखना है। अज किसी नूं एक ऐत ते प्रचार करना आ जाए ना तो वह अपने पास्टर नूं मुड़ के ऐ समझदा है। जदों उन्होंने कुछ नहीं ना पता होंदा उहदा पास्टर स्टेज ते कलाम सुनावे तो अपने पास्टर नूं कहूगा बहुत वधिया सुनाया। तो जिदन उन्होंने एक ऐत ते प्रचार करना आ जांदा अपने पास्टर नूं कहंदा तुसीं हुण परे हो जाओ, कख नहीं जे तुसीं। प्रभु नूं 12 साल दे नूं इन्ना पता वा मैं स्वर्ग तो आया होया खुदा दा बेटा हां, सारा ज्ञान पता है, पर फिर भी 18 साल अपने दुनियावी माँ बाप के अधीन रह के उन्हां दे नाल काम काज कीता। यस्सू दा दुनियावी पिता यूसुफ की काम करदा सी भला? तरखान का काम करदा सी, कारपेंटर सी। और जदों समा पूरा होया प्रभु ने जाके यूहन्ना दे हथों बपतिस्मा लिया। आप हुण सुनो मेरी गल ध्यान दे नाल, आप भी किसी दे बेटे जे, किसी दी आप बेटी जे, किसी दी तुसी पत्नी जे, किसी दी नूंह जे, किसी दी भाभी जे, आप किसी दे चाचा लगदे, किसी दे ताया लगदे, किसी दे भरा जे, किसी दे हसबैंड जे। आप हर संडे खुदा दी हजूरी दे विच आउंदे जे। पर की सानू इन्नी समझ हैगी आ कि मैं अपना करैक्टर सही तरह निभा रहा कि नहीं निभा रहा? साडे पिंड वाले स्पीकर च मेरा कलाम सुनते आ, मेरी गल ध्यान ना सुनियो। परसों थोड़ी तू मैं हो गई छत नूं लैके साडे उधर साडा भी जी करदा ही लड़ाई करिए, साडा भी जी करदा आपां घसुन्न मुक्की करिए, साडा भी जी करदा मैं की कर देना ऐ कर दे जे। किहदा नहीं दिल करदा इदां करना? इस संसार दे विच घट कोई नहीं आ। जे तुहानूं कोई कहंदा ना कि मेरे वाल 10 बंदे खड़े आ तो दूजे वाल की पता नहीं 20 नहीं खड़े। जे हो सकदा तुहाडी SHO तक पहुंच जाए तो हो सकदा अगले दी DC तक होवे। बट याद रखो खुदा दा वचन सानू अधीन होना सिखालदा आ। बोलो हालेलुया। अधीन होना सीखो। बड़ा कुछ दिमाग दे विच आउंदा ऐ कर दांगे जे कर दांगे। यसु मसीह नूं जद फड़न आए तो यसु मसीह किते इदां ही कर दिंदा ना ते सारिਆਂ ने ऐ स्वाद की तरह थले डिग जाना है। तुसी सच्चे मसीह उदों जे जदों तुसी पावर रखते हुए भी तुसी गलत कदम नहीं चुकते। हालेलुया। जदों तुहाडा वास ही नहीं चलदा है, जदों अगले ने तुहानूं गुद्दिया ही थल्ले धौण ते तुहाडी गोडा ते तुसीं कि छड्ड दे ते बाहर जुट के कहो मैं ते उहनूं छड्डना नहीं। मैं कहा चल कोई नहीं खुदा दे बंदे आ ही। ते मुड़ के कोई आके तीजा दसदा तू कहदा छड्डना, तैनूं ते ही छड्डाया, तैनूं ते थल्ले गुद्दिया ही। तुसीं सच्चे मसीह उदों जे जदों तुसीं पावर रखते हुए भी उस पावर का गलत इस्तेमाल नहीं करते। यसु मसीह नूं पता है मैनूं स्वर्गी पिता ने भेजा अपने माता पिता नूं कह रहा कहंदा तुहानूं पता नहीं है कि मैनूं अपने पिता के कामां 'च लगे रहना चाहिए। पर पिता की उदों ही आवाज़ आई प्रभु नूं, अजे वो समा नहीं आया। बोलो हालेलुया। चेता भुल जाता। हालेलुया। प्रभु यसु मसीह अपने पिता के इशारियां ते चलदा है। असीं किहदे इशारियां ते चलदे हैं? अजकल कई पता किहदे इशारियां ते चलदे? अपने जुंडी दे यारां दे हैं। कोई भंग मलण वाला हुंदा, कोई तंबाकू मलण वाला हुंदा हैं, लत्तां ते मास नहीं है ना पिछे मास है, पैंट ऐ पाई जिद्दां है वंजां नूं टंगी हुंदी ऐ तुरन के हैं कोई चिंता ना करी तू ते आप भावें हवा दा माड़ा जिहा झोका आवे ते ऐ खिल्लर जाण। उन्हां दे इशारे ते चलदे। यसु मसीह अल ध्यान नाल देखो, जदों काना गलील दी शादी विच मरियम ने कहा प्रभु यसु मसीह नूं कि उन्हां दे कोल मैल नहीं रही, उदों प्रभु यसु मसीह कहंदा तैनूं की ते मैनूं की, मेरा समा अजे नहीं आया। पर पिता दी आवाज़ आई फिर समा आ गया वा।
ਤੁਸੀਂ ਕਹੋਗੇ ਜੀ ਇਹ ਕਿੱਥੇ ਲਿਖਿਆ? ਸਾਰਾ ਕੁਝ ਲਿਖਿਆ ਨਹੀਂ ਹੁੰਦਾ। ਬੋਲੋ ਹਾਲੇਲੂਇਆ, ਹਾਲੇਲੂਇਆ। ਸਾਰਾ ਕੁਝ ਲਿਖਿਆ ਨਹੀਂ ਹੁੰਦਾ। ਜਦੋਂ ਤੁਸੀਂ ਆਤਮਾ ਦੇ ਚਲਾਏ ਚੱਲਦੇ ਜੇ ਤਾਂ ਤੁਹਾਨੂੰ ਪ੍ਰਕਾਸ਼ਨ ਮਿਲਦਾ ਆ। ਬੋਲੋ ਕੀ ਮਿਲਦਾ ਤੁਹਾਨੂੰ? ਤੁਹਾਨੂੰ ਪ੍ਰਕਾਸ਼ਨ ਮਿਲਦਾ ਹੈ। ਤੁਹਾਨੂੰ ਫਿਰ ਸਮਝ ਆਉਂਦੀ ਆ ਵੀ ਕਿਹੜਾ ਕੰਮ ਕਿੱਦਾਂ ਹੁੰਦਾ। ਅਗਰ ਯਿਸੂ ਮਸੀਹ ਨੇ ਕਹਿ ਦਿੱਤਾ ਸੀ ਕਿ ਮੇਰਾ ਸਮਾਂ ਅਜੇ ਨਹੀਂ ਆਇਆ, ਤੇ ਫਿਰ ਉਹਨੇ ਪਾਣੀ ਤੋਂ ਮੈਂ ਕਿਉਂ ਬਣਾਤੀ? ਉਹਨੇ ਤਾਂ ਫਿਰ ਆਪਣੀ ਗੱਲ ਤੇ ਟਾਲ ਹੀ ਰਹਿਣਾ ਸੀ ਨਾ। ਪਰ ਉਹਨੇ ਪਾਣੀ ਤੋਂ ਮੈਂ ਬਣਾਈ ਕਿਉਂਕਿ ਪਿਤਾ ਦੀ ਆਵਾਜ਼ ਆ ਗਈ ਕਿ ਬੇਟਾ ਸਮਾਂ ਆ ਗਿਆ ਵਾ, ਹੁਣ ਨਿਕਲ ਮੈਦਾਨ 'ਚ ਬਾਹਰ। ਕਈ ਆ ਕੇ ਕਹਿੰਦੇ ਆ ਸਾਨੂੰ ਜੀ ਪਾਸਟਰ ਮਸਾ ਕਰ ਦਿਓ। ਉਹਨਾਂ ਨੂੰ ਸਮਝਾਈਦਾ ਵੀ ਅਜੇ ਸਮਾਂ ਨਹੀਂ ਆਇਆ। ਸਮਾਂ ਕਿਉਂ ਨਹੀਂ ਆਇਆ? ਮੈਨੂੰ ਕਿਹੜਾ ਪ੍ਰਚਾਰ ਨਹੀਂ ਕਰਨਾ ਹੁੰਦਾ? ਮੈਂ ਕਿਹੜੇ ਭੂਤ ਨਹੀਂ ਕੱਢਦਾ, ਤੂੰ ਜ਼ਿਆਦਾ ਕੱਢਦਾ। ਫਿਰ ਉਹਨੂੰ ਵੀ ਪਾਸਟਰ ਮਸਾ ਕਰ ਦਈਏ ਜਾ ਕੇ। ਗੱਲ ਸਮੇਂ ਦੀ ਆ। ਆਪ ਨੇ ਆਪ ਨੂੰ ਕਿਹੜਾ ਕਰੈਕਟਰ ਦਿੱਤਾ? ਪ੍ਰਭੂ ਯਿਸੂ ਮਸੀਹ ਨੇ ਮੈਨੂੰ ਇੱਕ ਪਾਸਟਰ ਦਾ ਕਰੈਕਟਰ ਦਿੱਤਾ ਹੈ, ਠੀਕ ਹੈ। ਕਿਸੇ ਨੂੰ ਸਾਜ਼ ਵਜਾਉਣ ਦਾ ਕਰੈਕਟਰ ਦਿੱਤਾ ਹੈ, ਕਿਸੇ ਨੂੰ ਇੱਕ ਅੱਛੀ ਵਾਈਫ। ਕਈਆਂ ਦੀ ਤੇ ਉਮਰ ਲੰਘ ਜਾਂਦੀ ਆ, ਉਹ ਬੁੱਢੜੀਆਂ ਹੋ ਜਾਂਦੀਆਂ ਤਾਂ ਵੀ ਆਪਣੇ ਬੁੱਢੇ ਪਤੀ ਕੋ ਗਾਲਾਂ ਹੀ ਖਾਂਦੀਆਂ ਰਹਿੰਦੀਆਂ। ਭਲਾ ਕਿਉਂ? ਜਦੋਂ ਰੋਟੀ ਲਿਆਉਣੀ ਕਦੀ ਮਿਰਚ ਵੱਧ ਕਦੀ ਘੱਟ, ਕਦੀ ਤੜਕਾ ਜ਼ਿਆਦਾ ਲਾ। ਦੱਸ ਤੇਰੀ ਸਾਰੀ ਉਮਰ ਲੰਘ ਗਈ, ਤੈਨੂੰ ਧੌਲੇ ਆ ਗਏ ਤੇ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਲੱਗਾ ਵੀ ਤੇਰਾ ਪਤੀ ਖਾਣਾ ਕਿਹੋ ਜਿਹਾ ਪਸੰਦ ਕਰਦਾ। ਤੇ ਇਦਾਂ ਹੀ ਕਈਆਂ ਦੀ ਯਿਸੂ ਮਸੀਹ ਦੇ ਵਿੱਚ ਵੀ ਉਮਰ ਲੰਘ ਜਾਂਦੀ ਆ ਤੇ ਉਹਨਾਂ ਨੂੰ ਸਾਰੀ ਉਮਰ ਇਹ ਪਤਾ ਨਹੀਂ ਲੱਗਦਾ ਕਿ ਯਿਸੂ ਮਸੀਹ ਕੀ ਚਾਹੁੰਦਾ ਸਾਡੇ ਤੋਂ। ਇੱਕ 72 ਸਾਲ ਦਾ ਬੰਦਾ ਮੈਨੂੰ ਫੋਨ ਕਰਨ ਦਿਆ ਫੋਰਨ ਕੰਟਰੀ ਤੋਂ। ਮੈਨੂੰ ਕਹਿ ਰਿਹਾ ਕਿ ਕਹਿੰਦਾ ਪਾਸਟਰ ਜੀ ਦੁਆ ਕਰੋ ਤੇ ਪਰਮੇਸ਼ਰ ਨੂੰ ਪੁੱਛੋ ਕਿ ਮੇਰੀ ਜ਼ਿੰਦਗੀ ਤੋਂ ਪਰਮੇਸ਼ਰ ਕੀ ਚਾਹੁੰਦਾ ਹੈ। ਔਰ ਫਿਰ ਉਹਨੇ ਵਾਹ ਹੀ ਆਪਣੀਆਂ ਬਿਮਾਰੀਆਂ ਗਿਣ ਕੇ ਦੱਸ ਦਿੱਤੀਆਂ ਤੇ ਕਹਿੰਦਾ ਵੀ ਮੇਰੇ ਕੋਲ ਇੱਦਾਂ ਵਾਹ ਕੁਝ ਨੇ ਦੱਸ ਦਿੱਤਾ। ਤਾਂ ਮੈਂ ਪੁੱਛ ਹੀ ਲਿਆ, ਮੈਂ ਵੀ ਕਿੰਨੇ ਸਾਲਾਂ ਦੇ ਜੇ ਤੁਸੀਂ? ਕਹਿੰਦਾ ਆਈ ਐਮ 72 ਈਅਰ ਓਲਡ, ਯਾਨੀ ਕਿ ਮੈਂ 72 ਸਾਲਾਂ ਦਾ। ਮੈਂ ਕਿਹਾ ਹੁਣ ਪਰਮੇਸ਼ਰ ਦੀ ਮਰਜ਼ੀ ਜਾਣ ਕੇ ਕੀ ਕਰਨਾ? ਬਹਿ ਕੇ ਦੁਆ ਕਰਿਆ ਕਰੋ ਕਿ ਪ੍ਰਭੂ ਜਦੋਂ ਖੜੇਗਾ ਸਵਰਗ 'ਚ ਲੈ ਜੀ। ਮੈਂ ਸਾਰੀ ਉਮਰ ਕੀ ਕਰਦੇ ਰਹੇ? ਕਹਿੰਦਾ ਆਈ ਐਮ ਬੋਰਨ ਕ੍ਰਿਸਚਨ, ਯਾਨੀ ਕਿ ਮੈਂ ਮਸੀਹ 'ਚ ਹੀ ਜੰਮਿਆ। ਤੇ ਮੈਂ ਅਜੇ ਤੱਕ ਮਰਜ਼ੀ ਦਾ ਨਹੀਂ ਪਤਾ ਲੱਗਾ ਮੈਂ ਕਿੱਥੇ ਦੇ ਰਹਿਣ ਵਾਲੇ। ਉਹ ਕਹਿੰਦਾ ਤੁਹਾਡਾ ਗੁਰਦਾਸਪੁਰੀਆਂ ਹੀ ਭਰਾ ਵਾ। ਮੈਂ ਗੁਰਦਾਸਪੁਰ ਤੋਂ ਪ੍ਰਭੂ ਤੈਨੂੰ ਅਮਰੀਕਾ ਲੈ ਗਿਆ ਤੇ ਤੈਨੂੰ ਸਮਝ ਹੀ ਨਹੀਂ ਆਈ ਕਿ ਪਰਮੇਸ਼ਰ ਦੀ ਇੱਛਾ ਕੀ? ਮੇਰਾ ਔਰ ਆਪ ਦਾ ਯਿਸੂ ਜਿਨੇ ਸਾਡੇ ਪਾਪਾਂ ਦੀ ਮਾਫੀ ਦਾ ਇੰਤਜ਼ਾਮ ਕੀਤਾ, ਉਹ ਆਪਣੇ ਸਵਰਗੀ ਪਿਤਾ ਦੇ ਅਧੀਨ ਹੋ ਕੇ ਚੱਲਦਾ ਹੈ। ਤੁਹਾਡੀ ਸੱਸ ਤੁਹਾਨੂੰ ਗਾਲਾਂ ਕੱਢਦੀ, ਤੁਹਾਨੂੰ ਬੁਰਾ ਬੋਲਦੀ, ਤੁਸੀਂ ਨੋਵਾਂ ਹੋ ਕੇ ਤੁਸੀਂ ਵੀ ਅੱਗਿਓਂ ਸੇਮ ਬੋਲਦੀਆਂ ਜੇ। ਤੋ ਯਾਦ ਰੱਖੋ ਕਿ ਅੱਜ ਜਿਹੜੇ ਨਿਆਣੇ ਤੁਸੀਂ ਕੁੱਛੜ ਚੁੱਕੇ ਆ ਨਾ, ਇਹਨਾਂ ਨੇ ਕੱਲ ਨੂੰ ਤੁਹਾਨੂੰ ਵੀ ਸੱਸਾਂ ਬਣਾਉਣਾ ਵਾ, ਸਹੁਰੇ ਬਣਾਉਣਾ ਵਾ, ਤੇ ਜ਼ਿੰਦਗੀ ਇਨਕਰੀਜ਼ ਹੁੰਦੀ ਜੇ। ਸਮਝਦੇ ਜੇ ਗੱਲ? ਆ ਮੈਨੂੰ ਸਿੱਧੀ ਢੋਲਕੀ ਵਜਾਉਣੀ ਆਉਂਦੀ ਹੁੰਦੀ ਸੀ ਤੇ ਕ੍ਰਿਸਟੋਫਰ ਵਾਵਾ ਹੀ ਪਟਾਕੇ ਪਾਉਣ ਡਿਆ ਪਿਆ। ਜਿਹੜੇ ਸਾਡੇ ਬੱਚੇ ਹੁੰਦੇ ਨਾ ਗਾਂ ਸਾਡੇ ਨਾਲੋਂ ਜ਼ਿਆਦਾ ਤਰੱਕੀ ਕਰਦੇ। ਕੁਝ ਚੀਜ਼ਾਂ ਨੈਚੁਰਲੀ ਉਹਨਾਂ ਦੀ ਬੋਡੀ ਦੇ ਅੰਦਰ ਹੁੰਦੀਆਂ ਨੇ ਸਾਡੇ ਕਰਕੇ, ਕਿਉਂਕਿ ਅਸੀਂ ਉਹਨਾਂ ਦੇ ਮਾਂ-ਬਾਪ। ਛੋਟਾ ਜਿਹਾ ਸੀ ਇਹ, ਬਿਲਕੁਲ ਹੀ ਛੋਟਾ ਜਿਹਾ ਸੀ, ਉਦੋਂ ਗੱਲਾਂ ਵੀ ਨਹੀਂ ਕਲੀਅਰ ਕਰਦਾ ਹੁੰਦਾ। ਤੋ ਘੁਮਾਣੀ ਭਾਜੀ ਮੰਗੇ ਦੇ ਬੇਟੇ ਪ੍ਰਿੰਸ ਦਾ ਜਨਮ ਦਿਨ ਸੀ। ਤੋ ਕੇਕ ਕੱਟਣ ਲੱਗੇ ਤੇ ਹੁੱਜਾ ਮਾਰੀ ਜਾਵੇ, ਪਾਪਾ ਮੈਂ ਢੋਲਕੀ ਵਜਾਉਣੀ, ਪਾਪਾ ਮੈਂ ਢੋਲਕੀ ਵਜਾਉਣੀ। ਮੈਂ ਕਿਹਾ ਵਜਾ। ਇਹ ਢੋਲਕੀ ਵਜਾਉਣ ਡਿਆ ਪਿਆ ਤੇ ਸਾਰੇ ਜਣੇ ਕੇਕ ਛੱਡ ਕੇ ਤੇ ਸਾਰੇ ਇਹਦੇ ਦਿਵਾਲੇ ਹੋ ਗਏ। ਇਹਨੂੰ ਵੀ ਵੇਖੀ ਜਾਣ ਵੀ ਇਹ ਕੀ ਕਰਦਾ। ਆਪ ਅੱਜ ਕੀ ਜੇ ਤੁਸੀਂ ਅੱਛੇ ਪਿਤਾ ਨਹੀਂ ਜੇ, ਅੱਜ ਤੁਹਾਡੇ ਬੱਚੇ ਵੀ ਤੁਹਾਡੇ ਨਾਲੋਂ ਜ਼ਿਆਦਾ ਬੁਰੇ ਪਿਤਾ ਹੋਣਗੇ। ਜੇ ਤੁਸੀਂ ਅੱਜ ਇੱਕ ਅੱਛੇ ਮਸੀਹ ਜੇ, ਤੁਹਾਡੇ ਬੱਚੇ ਤੁਹਾਡੇ ਨਾਲੋਂ ਵੀ ਜ਼ਿਆਦਾ ਅੱਛੇ ਮਸੀਹ ਬਣਨਗੇ। ਹੱਥਾਂ ਨੂੰ ਉਠਾ ਕੇ ਜ਼ੋਰ ਸੇ ਬੋਲੋ ਹਾਲੇਲੂਇਆ। ਆਪਨੇ ਬਾਈਬਲ ਦੇ ਵਿੱਚ ਇੱਕ ਪਤਨੀ ਦਾ ਕਰੈਕਟਰ ਲਿਖਿਆ, ਉਹਨੇ ਕਿੱਦਾਂ ਦਾ ਹੋਣਾ ਚਾਹੀਦਾ। ਬਾਈਬਲ ਦੇ ਵਿੱਚ ਇੱਕ ਪਤੀ ਦਾ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਉਹ ਲਿਖਿਆ। ਆਪ
ਐ ਆਪ ਇੱਥੇ ਬੜਾ ਹਾਲੇਲੂਇਆ ਕਰਦੇ ਜੇ, ਤਾਰੀਫ ਕਰਦੇ ਜੇ। ਮੈਂ ਨਹੀਂ ਕਹਿੰਦਾ ਮਤ ਕਰੋ, ਮੈਂ ਹੀ ਕਹਿੰਨੇ ਕਰੋ, ਪਰ ਇਹ ਥੋੜਾ ਵੀ ਘਰ ਜਾ ਕੇ ਤੁਹਾਡੇ ਤੇ ਚੰਡੀ ਆ ਜੇ, ਤੁਸੀਂ ਕਿਹਨੂੰ ਸਮਝੋ ਹੀ ਕੱਖ ਨਾ। ਓਏ ਹੋਏ, ਕਈ ਵਾਰੀ ਕੰਨਾਂ 'ਚ ਉਂਗਲੀ ਲੈਣੀ ਪੈਂਦੀ। ਇਹ ਗੱਲ ਭਾਈਆਂ ਤੇ ਵੀ ਆ, ਭੈਣਾਂ। ਮੈਂ ਕਿਹਾ ਇੱਥੇ ਤੇ ਤਾਲੀ ਐ ਵੱਜਦੀ ਤੇ ਗਾਉਂਦੇ ਕਈ ਐਮ ਆ ਜਿੱਦਾਂ ਨਾ ਆਵਾਜ਼ ਦਾ ਵੋਲੀਅਮ ਹੀ ਨਾ ਪਰਮੇਸ਼ਰ ਨੇ ਇੱਕ ਨੰਬਰ ਤੇ ਰੱਖਿਆ ਹੁੰਦਾ ਉਹਨਾਂ ਦਾ ਹੈ। ਉਹਨਾਂ ਨੂੰ ਕਹੋਗੇ ਨਾ ਜੈਮਸੀ ਦੀ, ਜੈਮਸੀ ਦੀ, ਜੈਮਸੀ ਦੀ ਵੀ ਐਂ ਨਿਕਲਣਾ ਜਿੱਦਾਂ ਨਾ ਇਹ ਭਰਾ ਨੂੰ ਜਾਂ ਭੈਣ ਨੂੰ ਕੂਣ ਦਾ ਪਤਾ ਹੀ ਨਹੀਂ। ਤੇ ਕਿਤੇ ਉਹਨਾਂ ਦੇ ਘਰ ਚਲ ਜਾਓ ਕਿਤੇ, ਫਿਰ ਤੇ ਆਵਾਜ਼ ਐ ਹੁੰਦੀ ਜਿੱਦਾਂ ਡੀਜੇ ਲੱਗਾ ਹੁੰਦਾ। ਪਿਆਰਿਓ, ਆਪਣਾ ਕਰੈਕਟਰ ਮੇਨਟੇਨ ਕਰੋ। ਅੱਜ ਕਈ ਭੈਣ ਭਰਾ ਇਹ ਸਵਾਲ ਕਰਦੇ, ਮੈਂ ਇੰਨੇ ਸਾਲਾਂ ਤੋਂ ਦੁਆ ਕਰ ਰਹੀ, ਮੇਰੀ ਦੁਆ ਸੁਣੀ ਕਿਉਂ ਨਹੀਂ ਜਾਂਦੀ? ਹੋ ਸਕਦਾ ਤੇਰੀ ਦੁਆ ਸਹੀ ਆ, ਤੇਰਾ ਰੋਜਾ ਵੀ ਸਹੀ ਆ, ਪਰ ਜੇ ਤੂੰ ਜੇ ਤੂੰ ਇੱਕ ਬਾਪ ਵਾਂ ਜਾਂ ਇੱਕ ਤੂੰ ਮਾਂ ਵਾਂ, ਤੂੰ ਕਿਸੇ ਦੀ ਭਾਬੀ ਆ, ਤੂੰ ਕਿਸੇ ਦਾ ਭਰਾ ਵਾਂ, ਹੋ ਸਕਦਾ ਤੂੰ ਰਿਸ਼ਤਿਆਂ ਦੇ ਵਿੱਚ ਸਹੀ ਨਹੀਂ ਹੈਗਾ। ਜਿਹੜੇ ਤੇਰੇ ਆਲੇ ਦੁਆਲੇ ਤੇਰੇ ਰਿਸ਼ਤੇ, ਤੇਰੇ ਭੈਣ ਭਰਾ ਵਾ ਨਾ, ਉਹਨਾਂ ਦੇ ਨਾਲ ਜਿਹੜਾ ਤੇਰਾ ਕਰੈਕਟਰ ਵਾ ਉਹ ਯਿਸੂ ਮਸੀਹ ਵਾਲਾ ਨਹੀਂ ਆ। ਯਿਸੂ ਮਸੀਹ ਜਦੋਂ ਪਿੰਡੀ ਪ੍ਰਚਾਰ ਕਰਦਾ ਸੀ, ਲਿਖਿਆ ਜਦੋਂ ਆਪਣੇ ਪਿੰਡ ਆਇਆ, ਉਹਦੇ ਭਰਾ ਕਹਿੰਦੇ ਫੜੋ ਇਹਨੂੰ। ਰਿਸ਼ਤੇਦਾਰ ਵੀ ਆਏ ਸੀ ਤੇ ਸਾਰੇ ਰਲ ਮਿਲ ਕੇ ਕਹਿੰਦੇ ਇਹਨੂੰ ਫੜੋ, ਇਹ ਤੇ ਸ਼ਦਾਈ ਹੋ ਗਿਆ, ਐਵੇਂ ਲੱਤਾਂ ਮਾਰਦਾ ਰਹਿੰਦਾ, ਕਦੀ ਉਹ ਪਿੰਡ ਕਦੀ ਉਹ ਪਿੰਡ। ਬਾਈਬਲ 'ਚ ਇੱਕ ਜਗ੍ਹਾ ਵੀ ਨਹੀਂ ਲਿਖਿਆ ਕਿ ਯਿਸੂ ਮਸੀਹ ਨੇ ਆਪਣੇ ਭਰਾਵਾਂ ਦੇ ਖਿਲਾਫ ਬੋਲਿਆ ਹੋਵੇ। ਇੱਕੋ ਜਗ੍ਹਾ ਲਿਖਿਆ ਕਿ ਉਹਨੇ ਸਿਰਫ ਇਕਰਾਰ ਇਹ ਕੀਤਾ ਕਿ ਹੁਣ ਮੇਰੇ ਮਾਤਾ ਪਿਤਾ, ਮੇਰੇ ਭੈਣ ਭਰਾ ਉਹ ਨੇ ਜਿਹੜੇ ਬੈਠ ਕੇ ਪਰਮੇਸ਼ਰ ਦੀ ਬਾਣੀ ਸੁਣ ਰਹੇ ਨੇ। ਬੋਲੋ ਸਾਰੇ ਹਾਲੇਲੂਇਆ। ਕਈਆਂ ਨੂੰ ਮੈਂ ਵੇਖਿਆ ਉੱਦਾਂ ਨਾ ਕਹਿਣਗੇ ਕਲੀਸਿਆ ਸਾਡਾ ਪਰਿਵਾਰ ਹੈ, ਕਲੀਸਿਆ ਹੀ ਸਾਡੀ ਜਿੰਦ ਜਾਨ ਹੈ। ਤੇ ਜਦੋਂ ਕਿਤੇ ਉਹਨਾਂ ਦੇ ਘਰ ਵਿਆਹ ਹੋਵੇ ਨਾ, ਵਿਆਹ ਦੇ ਵਿੱਚ ਮੈਨੂੰ ਚਿਹਰੇ ਇਹੋ ਜਿਹੇ ਦਿਖਦੇ ਜਿਹੜੇ ਕਦੀ ਅਸੀਂ ਵੇਖੇ ਨਹੀਂ ਹੁੰਦੇ। ਫਿਰ ਕੋਈ ਮੈਂ ਵੇਖਿਆ ਕੋਈ ਤਮਾਕੂ ਮਲਣ ਦਿਆ ਹੁੰਦਾ, ਕਿਨੇ ਨੇਣ 'ਚ ਬੋਤਲ ਲੜਾਈ ਹੁੰਦੀ, ਪੁੱਛਦਾ ਇਹ ਸਾਡਾ ਫੁੱਫੜ, ਤਮਾਕੂ ਮਲਦਾ ਇਹ ਸਾਡਾ ਮਾਸੜ ਹੈ। ਤੇ ਬਸ ਇੱਦਾਂ ਦੇ ਵਾੜੇ ਬੂੜੇ ਹੁੰਦੇ ਵਿਆਹ 'ਚ। ਤੇ ਮੁੜ ਕੇ ਜਦੋਂ ਬੂੰਦੀ ਵੱਧ ਜਾਂਦੀ ਆ ਨਾ, ਫਿਰ ਘਰ ਕਰਾਉਂਦੇ ਬੰਦਗੀ ਹੈ। ਤੇ ਫਿਰ ਉਹ ਵਧੀ ਹੋਈ ਬੂੰਦੀ ਵੰਡਦੇ ਬੰਦਗੀ ਦੇ ਵਿੱਚ। ਖੁਦਾਵੰਦ ਤੇਰਾ ਸ਼ੁਕਰ ਏ ਜੋੜਾ ਬਣਾਉਣ ਦੇ ਲਈ। ਸਵਾਹ ਸ਼ੁਕਰ ਕਰਨ ਦੇ ਜੋ ਰੱਬ ਦਾ। ਰਿਸ਼ਤੇਦਾਰ ਆਏ, ਉਹਨਾਂ ਨੂੰ ਬਰਫੀਆਂ ਖਵਾ ਲੀਆਂ, ਲੈਗ ਪੀਸ ਖਵਾਲੇ, ਠੀਕ ਆ, ਰਸਗੁੱਲੇ ਖਵਾਲੇ। ਕਈ ਉੱਦਾਂ ਕਹਿੰਦੇ ਕਲੀਸਿਆ ਹੈ। ਜਦੋਂ ਕਿਤੇ ਸ਼ੈਤਾਨ ਨੇ ਢਾਇਆ ਹੋਵੇ ਨਾ, ਮੈਂ ਬੜੀ ਦੁਖੀ ਹਾਂ, ਸਾਰੀ ਕਲੀਸਿਆ ਮੇਰੇ ਲਈ ਦੁਆ ਕਰੋ। ਨਹੀਂ ਉਹਦਾ ਮਾਸੜ ਅੱਗੇ ਜਾ ਕੇ ਕਿਉਂ ਨਹੀਂ ਖਲੋ ਗਿਆ ਤੂੰ? ਮਾਸੜ ਜੀ ਮੈਂ ਬੜਾ ਦੁਖੀ, ਮੇਰੇ ਲਈ ਦੁਆ ਕਰੋ। ਉਹਦੇ ਕੋਲ ਦਵਾਈ ਇੱਥੇ ਬਹਿ ਜੇ, ਪੈਗ ਲਾਉਣਾ ਤੇ ਸਾਰਾ ਦੁੱਖ ਭੁੱਲ ਜੂ। ਉਹ ਸਾਰੀਆਂ ਪ੍ਰੋਬਲਮ ਲੈ ਕੇ ਤੁਸੀਂ ਕਲੀਸਿਆ ਦੇ ਵਿੱਚ ਆਉਂਦੇ ਜੇ। ਹਰ ਇੱਕ ਆਪਣੀ ਤਕਲੀਫ ਲੈ ਕੇ ਕਲੀਸਿਆ 'ਚ ਆਉਂਦੇ ਜੇ। ਤੇ ਜਿੱਦਣ ਕਲੀਸਿਆਵਾਂ ਦੀਆਂ ਦੁਆਵਾਂ ਦੇ ਨਾਲ ਤੁਹਾਡੇ ਘਰ 'ਚ ਖੁਸ਼ੀਆਂ ਹੁੰਦੀਆਂ, ਉਦੋਂ ਕਲੀਸਿਆ ਕਿੱਥੇ ਹੁੰਦੀ ਹੈ? ਕਿੱਥੇ ਹੁੰਦੀ ਉਦੋਂ ਕਲੀਸਿਆ? ਪਤਾ ਹੀ ਨਹੀਂ। ਮੈਂ ਇਹ ਨਹੀਂ ਕਹਿੰਦਾ ਆਪਣੇ ਰਿਸ਼ਤੇਦਾਰਾਂ ਨੂੰ ਮਤ ਸੱਦੋ, ਪਰ ਮੈਂ ਤੁਹਾਨੂੰ ਲਿਖ ਕੇ ਦਿੰਨਾ, ਆਪਣੇ ਵਿਆਹਾਂ ਦੇ ਵਿੱਚ ਖੁਦਾ ਦੇ ਲੋਕਾਂ ਨੂੰ ਸੱਦੋ। ਅਸੀਂ ਨਾ ਛੋਟੇ ਛੋਟੇ ਹੁੰਦੇ ਸੀ ਤੇ ਥੋੜੇ ਜਵਾਨ ਹੋ ਗਏ, ਜਦੋਂ ਵਿਆਹ ਹੋਣੇ ਸ਼ੁਰੂ ਹੋ ਗਏ, 6 ਭੈਣ ਭਰਾ ਸੀ, ਹੁਣ ਵਿਆਹ ਛੇਤੀ ਥੋੜਾ ਹੋ ਜਾਣੇ। ਵਾਰੋ ਵਾਰੀ ਜਦੋਂ ਸਾਰਿਆਂ ਦੇ ਵਿਆਹ ਦੀ ਤਰੀਕ ਆਉਣੀ, ਮੰਮੀ ਸਾਡੀ ਨੇ ਕਹਿਣਾ ਤੁਹਾਡੇ ਮਾਮਿਆਂ ਨੂੰ ਨਹੀਂ ਵਾੜਨਾ ਇੱਥੇ। ਸਾਨੂੰ ਉਦੋਂ ਬੜਾ ਗੁੱਸਾ ਚੜ੍ਹਨਾ, ਉਹਨਾਂ ਨੂੰ ਕਿਉਂ ਨਹੀਂ ਵਾੜਨਾ? ਨਾਨਕਿਆਂ ਦਾ ਚਾਹ ਹੀ ਬੜਾ ਹੁੰਦਾ। ਸਾਡੀ ਨਾ ਵੱਡੀ ਦੀਦੀ ਦੀ ਸ਼ਾਦੀ ਸੀ ਤੇ ਮਾਮਾ ਸਾਡਾ ਆ ਕੇ ਨਾ ਇੱਦਾਂ ਖਲੋ ਗਿਆ, ਇੱਦਾਂ ਖਲੋ ਗਿਆ। ਮੈਨੂੰ ਕਹਿੰਦਾ ਜੈਮਸੀ ਦੀ, ਜੈਮਸੀ ਦੀ ਕਿਹਾ ਤੇ ਬੋਤਲ ਐਂਡ ਆਈ, ਐਂ ਦੀ ਨਿਕਲ ਕੇ ਪਹੁੰਚੇ ਥਾਣੀ, ਥੱਲੇ ਆ ਗਈ ਬੋਤਲ।
क्योंकि वो समय पैंटा बड़ियां खुलियां खुलियां होंदियां उदों, ते उन्हें ऐं दी वाड़ के बांह ना तां चुक ली बोतल, तो जो फिर सैट कर लगा वो बोतल निकल के तो उत्थे दरवाजे च टुट गई, तो सारे घर च शराब की बो खिलर गई, सारे मंडियाले च रौला पै गया डैडी वालों। वो पास्टर ने अपनी कुड़ी का विआह किया ना, तो शराब पाई उदा दूजिया प्रचार करता। उधर मैनू समझ आई भी क्यों साडी माँ कहती भी मामे नहीं वाड़ने। कई बारी तुसी आप ते अपना करैक्टर बना के रखते जे, पर जो तुसी गलत लोगों नाल जुड़े रहिंदे जे ना, वो तुहाडे करैक्टर नूं खराब करते हैं। एक जना खड़ा ही रहो थोड़ा देर। इसलिए कईयां नूं बड़ा फिक्र है भी यार मासी ने विआह च आउणा, नाले ते उन्हें 1000 रुपये का हार गल च पाउणा, रुपया 10,000 उन्हें उदां दे के जाना, ते कलीसिया ने की दे के जाना। ते भाई कलीसिया नाल मिलना वरतना करो शुरू, मेल जोल वधाओ। हालेलुया, बोलो सारे हालेलुया। वधाओ कलीसिया नाल मेल जोल। मासी भी एवें थोड़ा दे जाती, वो भी फसी देन जानती है। क्यों भला? क्योंकि जिदन वो घर विआह तुसीं भी दे के आए, उन्होंने भी हुण कमल पिया वा। वेख्या ना कई कह देंगे की प्रोग्राम अज बड़े तैयार होए। ਉਹ प्रोग्राम कादा स्यापा खाना, ਉਹ ਕੁੜੀ ਦਾ ਦਾਦਾ ਸਹੁਰਾ ਮਰ ਗਿਆ ਹੈ, ਅਜੇ ਵੀ ਹੈਗਾ ਹੀ। ਉਹ ਹੈਗਾ ਹੀ ਕਿ ਪੰਗਾ ਸਾਨੂੰ ਹੁਣ ਕਹਿੰਦੀ ਆ ਚੀਜ਼ ਲੈ ਕੇ ਆਓ। खुशी ना कोई नहीं खड़ता। हाँ कुछ होंगे जोड़े खुशी ना खड़ते हैं, तो कई दे होए कहते हुण फसे हाँ। आप अपना करैक्टर अपने यीशु मसीह जैसा बनाओ। बोलो हालेलुया। यीशु मसीह अपने माँ बाप के अधीन रहा, उस माँ बाप के जो धरती ते उदा माता पिता सी। किन्ने साल? 18 साल। सब कुछ जानदा होया। तो 52 च लिखा यीशु ज्ञान और कद परमेश्वर अते मनुखों की कृपा विच वाधा गया। बोलो सारे हालेलुया। जलंधर क्रिकेट खेडन गया मैं, मेरी भूआ का लड़का जॉर्ज मेरे नाल सी। डैडी ने मैनूं कहा भी उन्होंने नाल लै जी। उत्थे जाके जो ग्राउंड दे विच खलोते तो वाह 70-80 लड़के ही, तो भूआ साड़ी का लड़का दूरों बैठा वेख वेख के हसी जाए। मैं उन्हें बाद पूछा, मैं क्या भी भाजी तुहानूं की होण दिया, तुसीं बड़े हसी जाते। वो कहंदा हासा मैनूं तां आउण दिया, सारे तेरी कच्छ च ही आउण दे। तो कहंदा मैनूं हासा आउंदा है भी वेख मुंडा साडा किड्डा लम्मा, जिहड़ा कद नहीं ना वधदा, ये भी ब्लैसिंग नहीं है। जो राजा साउल चुनिया तो लिखा राजा साउल सारे नालों की सी? लंबा सी। बोलो हालेलुया। यीशु मसीह के बारे इत्थे लिखा कादे च वाधा? यीशु मसीह कद च भी वाधा है, ज्ञान च भी वाधा है। ठीक है, चलो कई तो बेचारे लेट आते यीशु मसीह च, वो पहला वधे ही उन्ने होंगे आ, मुड़ के यीशु मसीह च आ जाते। हुण यीशु मसीह थोड़ा खिंचना उन्होंने फड़ के दोबारा। तुहाडे बच्चे सही ग्रोथ नहीं करते, वजह पाप है। एक फॉरनर इत्थे प्रचार करने लिए आया, डैडी सानू दसदे सी, बड़ा लंबा हो, तकरीबन एडा होना। कहंदा जिद्दन मैं जम्मिया सी ना, मेरे बाप ने मैनू फड़ के ते कोट दी जेब च पा लिया, एवें इन्ना की। पर बंदे यीशु मसीह दे ही, इन्ना क रह किदां जाऊ? बोलो हालेलुया। बोलो हालेलुया। गीत है ना, हालेलुया हालेलुया कहिए साडे लगदे नहीं रुपये। तुहानूं हालेलुया कह के मैं तुहाडे कोल पैसे थोड़ा फड़दा बाद च, तुसीं डरदे हालेलुया कहण ते। हालेलुया। यीशु मसीह ज्ञान च वाधा सी। फिर लिखिया कद विच परमेश्वर अते मनुखां दी कृपा च वाधा गया। क्यों? क्योंकि वो अधीन रहा। हालेलुया। काफ़ी समय पहला की गल है, साड़ी एक बेटी इन्ना लड़ पई अपनी सस नाल,
ਭਾਵੇਂ ਇਦਾਂ ਹੀ ਕਰੀ ਜਾਵੇ, ਬੋਲੀ ਜਾਵੇ, ਮੈਨੂੰ ਤਾਂ ਸਮਝ ਹੀ ਨਾ ਆਵੇ ਕੁਝ। ਮੈਂ ਉਹਨੂੰ ਕਿਹਾ, ਮੈਂ 1 ਮਿੰਟ ਸ਼ਾਂਤ ਹੋ ਜਾ। ਮੈਂ ਤੇਰੇ ਘਰ ਦੇ ਵਿੱਚ ਜਦੋਂ ਤੂੰ ਕੁਆਰੀ ਸੀ, ਤੇਰਾ ਬਾਪ ਜਾਂ ਤੈਨੂੰ ਮਾਂ ਕੁਝ ਕਹਿੰਦੀ ਹੁੰਦੀ ਤਾਂ ਜਰਦੀ ਨਹੀਂ ਹੁੰਦੀ? ਕਹਿੰਦੀ ਹਾਂ ਜਰਦੀ ਹੁੰਦੀ। ਕੁਝ ਭੈਣਾਂ ਖਾਸ ਕਰ ਜਿਹੜੀਆਂ ਸ਼ਾਦੀशुदा ਲੜਕੀਆਂ, ਧਿਆਨ ਨਾਲ ਸੁਣੋ ਮੇਰੀ ਗੱਲ। ਬਾਈਬਲ ਦੇ ਵਿੱਚ ਲਿਖਿਆ, ਸੁਣ ਧੀਏ ਕੰਨ ਲਾ। ਹਾਂ ਧੀਓ ਕੀ ਲਾਉਣਾ? ਇਹ ਤਾਂ ਬੋਲਦੀਆਂ ਨੇ, ਧੀਓ ਕੀ ਲਾਉਣਾ? ਹਾਂ, ਸੁਣ ਧੀਏ ਤੇ ਕੰਨ ਲਾ, ਆਪਣੇ ਬਾਪ ਦੇ ਘਰ ਨੂੰ ਭੁੱਲ ਜੀ। ਹਾਲੇਲੂਇਆ। ਤੇ ਕਈਆਂ ਦੇ ਵਿਆਹ ਨੂੰ 10 ਸਾਲ ਹੋ ਜਾਂਦੇ ਤਾਂ ਵੀ ਉਹਨਾਂ ਨੇ ਪੇਕੇ ਪੇਕੇ ਪੇਕੇ। ਹੁਣ ਤੂੰ ਪੇਕੇ ਨਹੀਂ ਆ, ਹੁਣ ਤੂੰ ਆਪਣੇ ਪਤੀ ਦੇ ਘਰ ਦੇ ਵਿੱਚ ਆ। ਸੁਣੋ, 2008 ਦੇ ਵਿੱਚ ਮੇਰੀ ਸ਼ਾਦੀ ਹੋਈ। ਅੱਜ ਕਿੰਨਾ ਹੋ ਗਿਆ? 2021। ਕਿੰਨੇ ਸਾਲ ਹੋ ਗਏ? ਲਓ ਹਿਸਾਬ, 13 ਸਾਲ ਹੋ ਗਏ। 13 ਸਾਲ ਦੇ ਵਿੱਚ ਇੱਕੋ ਵਾਰੀ ਰਾਤ ਰਹੇ, ਮੈਂ ਵੀ ਔਰ ਜੈਸਮੀਨ ਵੀ। 13 ਸਾਲ ਦੇ ਵਿੱਚ ਇੱਕੋ ਵਾਰੀ ਰਾਤ, ਜਦੋਂ ਗਿਆ 10 ਮਿੰਟਾਂ ਦਾ ਪੈਂਡਾ। ਜਾਈਦਾ ਵੀ ਪਤਾ ਕਿੰਨੇ ਚਿਰ ਬਾਅਦ ਆ? 2 ਮਹੀਨੇ, 3 ਮਹੀਨੇ, 4 ਮਹੀਨਿਆਂ ਬਾਅਦ। ਬਹੁਤ ਘੱਟ ਚਾਂਸ ਵਾ ਮੈਂ ਉੱਥੋਂ ਜਾ ਕੇ ਰੋਟੀ ਖਾ ਗਿਆ। ਮੈਂ ਬਹੁਤ ਘੱਟ ਚਾਂਸ। ਚਾਹ ਪੀ ਦੀ ਹਾਲ ਚਾਲ ਪੁੱਛੀਦਾ, ਵਾਪਸ ਆਪਣੇ ਘਰ। ਕਈ ਪਾਸਟਰ ਕਹਿੰਦੇ ਸਾਡੀ ਕਲੀਸਿਆ ਤੇ ਚੰਦਾ ਨਹੀਂ ਦਿੰਦੀ, ਆ ਤੁਸੀਂ ਤੇ ਵਾਵਾ ਕੁਝ ਕਰੀ ਜਾਣਦੇ ਜੇ। ਮੈਂ ਕਿਹਾ ਕਲੀਸਿਆ ਨੂੰ ਜਾ ਕੇ ਪੁੱਛਦੇ ਵੀ ਜੇ ਵੀ ਹੈਗੀ ਆ ਕਿ ਨਹੀਂ। ਕਹਿੰਦੇ ਸੁਣਿਆ ਨੂੰ ਤੁਸੀਂ ਵੀ ਘੱਟ ਹੀ ਜਾਂਦੇ ਜੇ। ਮੈਂ ਭਾਵੇਂ ਘੱਟ ਹੀ ਜਾਵਾਂ, ਮੇਰੀਆਂ ਦੁਆਵਾਂ ਜਾਂਦੀਆਂ ਉਹਨਾਂ ਤੱਕ। ਜਦੋਂ ਇੱਕ ਕਿਸਾਨ ਆਪਣੇ ਖੇਤ 'ਚ ਮਿਹਨਤ ਨਹੀਂ ਕਰੇਗਾ ਤੇ ਪੈਲੀ ਨੇ ਉਦਾਂ ਹੀ ਪਈ ਨੇ ਕਹੀ ਜਾਣਾ, ਆ ਜਾ ਕਣਕ ਵੱਢ ਕੇ ਲੈ ਜਾ, ਕਣਕ ਦਾ ਸੀਜ਼ਨ ਆ ਗਿਆ। ਆ ਜਾ ਝੋਨਾ ਵੱਢ ਕੇ ਲੈ ਜਾ, ਝੋਨੇ ਦਾ ਸੀਜ਼ਨ। ਉਹ ਪੈਲੀ ਦੇ ਵਿੱਚ ਕੰਮ ਕਰਨਾ ਪੈਂਦਾ ਆ, ਦਿਨ ਰਾਤ ਇੱਕ ਕਰਨਾ ਪੈਂਦਾ, ਪਸੀਨਾ ਬਹਾਉਣਾ ਪੈਂਦਾ। ਆਪ ਨੂੰ ਕਿੰਨੀ ਵਾਰੀ ਮੈਂ ਦੱਸਿਆ, ਅਸੀਂ ਕਈ 50-60 ਕਿਲੋਮੀਟਰ ਦਾ ਪੈਂਡਾ ਕਰਕੇ ਆਈਦਾ, ਪੂਰੇ ਥੱਕ ਜਾਈਦਾ। ਘਰ ਵੜਦੇ ਪਾਗਰੂ ਕਹਿੰਦਾ ਹੁਣ ਜਾਗ ਤੇ ਦੁਆ ਕਰ। ਕਈਆਂ ਨੂੰ 10 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਆ, ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਵੀ ਮੈਂ ਦੁਆ ਕਦੋਂ ਕਰਦਾ, ਖਾਸ ਕਰਕੇ ਰਾਤ ਦੀ ਪ੍ਰੇਅਰ ਦਾ। ਅਸ਼ੋਕ ਹੱਸਦਾ, ਗੱਲ ਨਾ ਆਪਣੇ ਵੱਲ ਘੁਮਾ ਮੁੜ ਕੇ ਕੁਝ ਹੋਰ ਹੋ ਜਾਣਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਕਰੈਕਟਰ ਦੇ ਉੱਤੇ ਕੰਮ ਕਰਨਾ ਪੈਂਦਾ ਕੰਟੀਨਿਊ। ਕਿਉਂਕਿ ਮੈਂ ਜਿਹੜੀ ਮੋਸਟਲੀ ਪ੍ਰੇਅਰ ਕਰਦਾ, ਮੈਂ ਰਾਤ ਕਰਦਾ, ਜਦੋਂ ਮੈਨੂੰ ਕੋਈ ਡਿਸਟਰਬ ਨਾ ਕਰੇ। ਮੈਂ ਇੱਕ ਦਿਨ ਸਵੇਰ 4 ਵਜੇ ਉੱਠਿਆ, ਦੁਆ ਕਰਦਿਆਂ 9:30 ਹੋ ਗਏ। ਮੈਂ ਦੁਕਾਨ ਦਾ ਸ਼ਟਰ ਖੋਲ੍ਹਿਆ, ਇੱਕ ਬੀਬੀ ਮੈਨੂੰ ਕਹਿੰਦੀ, ਲੋਕਾਂ ਨੂੰ ਕਹਿਣ ਤੋਂ ਜੋ ਕਹਿੰਦੇ, ਮੈਨੂੰ ਕਹਿੰਦੀ ਵੇ ਪਾਸਟਰ ਛੇਤੀ ਉੱਠ ਖਲੋਇਆ ਕਰ, ਤੈਨੂੰ ਜਾਗ ਹੀ ਨਹੀਂ ਆਉਂਦੀ। ਮੈਂ ਆਹੋ ਇਦਾਂ ਹੀ ਆ। ਤੇ ਕਈ ਤੇ ਮੈਂ ਕਿਹਾ ਸਟੇਜਾਂ ਤੇ ਚੜ ਰੌਲਾ ਪਾਉਂਦੇ ਆ। ਅਸੀਂ ਦੁਆਵਾਂ ਕਰਦੇ ਆ, ਜਿਹੜੇ ਰੌਲਾ ਪਾਉਂਦੇ ਨਾ ਆਪਾਂ ਦੁਆਵਾਂ ਕਰਦੇ, ਅਸਲ 'ਚ ਉਹ ਕਰਦੇ ਹੀ ਨਹੀਂ ਹੁੰਦੇ। ਦੁਆ ਕਿੰਨੇ ਚਿਰ ਦੀ? ਹੱਲਿਆ 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 ਹੱਲਿਆ। ਮੁੜ ਕੇ 1 ਮਿੰਟ ਵੀ ਨਹੀਂ ਲੱਗਾ ਹਾਲੇਲੂਇਆ ਕਹਿਣ 'ਚ। ਮੁੜ ਕੇ ਘੰਟਾ ਕੁ ਸੁੱਤੇ। ਉਹਨਾਂ ਨੂੰ ਕੋਈ ਆ ਕੇ ਹਿਲਾਊਗਾ ਨਾ, ਉਹ ਇਦਾਂ ਹੋਏ ਹੁੰਦੇ, ਉਹਨਾਂ ਨੂੰ ਕੋਈ ਆ ਕੇ ਹਿਲਾਊਗਾ ਨਾ, ਹਾਲੇਲੂਇਆ 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 ਹਾਲੇਲੂਇਆ। ਇਹ ਕਿਹੜੀ ਦੁਆ ਵਾ? ਇਹ ਕਿੱਧਰੋਂ ਆਉਂਦੀ ਆ? ਇਹ ਕਿੰਨੇ ਸਿਖਾਲੀ ਆ? ਯਿਸੂ ਮਸੀਹ ਆਉਣ ਤੋਂ ਬਾਅਦ ਵੀ ਅਜੇ ਤੱਕ ਕਈਆਂ ਦੀਆਂ ਜ਼ਬਾਨਾਂ ਨਹੀਂ ਸੁਧਰੀਆਂ। ਹਾਲ ਚਾਲ ਕਿਸੇ ਨੂੰ ਪੁੱਛਦੇ ਤੇ ਗਾਲ ਕੱਢ ਕੇ ਪੁੱਛਦੇ। ਨੂਰਪੁਰ ਚਰਚ ਦੇ ਬਾਹਰ ਨਾ ਇੱਦਾਂ ਸਰਕਾਰੀ ਟੂਟੀ ਲੱਗ ਗਈ,
ਉਧਰੋਂ ਹੀ ਬੰਦਗੀ ਸ਼ੁਰੂ ਕਰਨੀ ਤੇ ਉਧਰੋਂ ਨਾ ਕਈਆਂ ਨੇ ਆ ਕੇ ਉੱਥੇ ਮੱਝਾਂ ਨਵਾਲਣ ਡਿਆ ਪੈਣਾ। ਉਹ ਮੈਂ ਕਈ ਵਾਰੀ ਕਿੰਨਿਆਂ ਨੂੰ ਸਮਝਾਇਆ, ਮੈਂ ਤੁਹਾਨੂੰ ਅਗਲ ਉਗਲ ਨਹੀਂ ਹੈਗੀ। ਇੱਕ ਦਿਨ ਮੈਂ ਫੜ ਕੇ ਨਾ ਉੱਥੋਂ ਟੂਟੀ ਪੁੱਟ ਦਿੱਤੀ। ਟੂਟੀ ਪੁੱਟ ਕੇ ਤੇ ਉੱਥੇ ਨਾ ਨਿੱਪਲ ਜਿਹਾ ਗਾੜੀ ਲਾਉਣ ਦੇ ਵੀ ਪਾਣੀ ਹੁਣ ਨਾ ਵਗੇ। ਸਾਡਾ ਇੱਕ ਅੰਕਲ ਆ ਗਿਆ, ਇੱਕ ਇੱਟ ਹੈ ਹੱਥ 'ਚ ਫੜੀ, ਇੱਕ ਇੱਟ ਹੈ ਹੱਥ 'ਚ ਫੜੀ, ਮੈਨੂੰ ਕਹਿੰਦਾ ਤੇਰਾ ਸਿਰ ਪਾੜ ਦੇਣਾ ਮੈਂ ਇੱਟਾਂ ਮਾਰ ਕੇ। ਮੈਂ ਮੈਨੂੰ ਪੁੱਛਣ ਕਿਉਂ ਡਿਆ ਪਾੜ ਦੇ। ਆਪ ਦੁਸ਼ਟ ਨਾਲ ਦੁਸ਼ਟ ਵਰਗੂ ਨਹੀਂ ਬੋਲ ਸਕਦੇ ਅਗਰ ਆਪ ਨੇ ਕਰੈਕਟਰ ਬਣਾ ਕੇ ਰੱਖਣਾ ਹੈ। ਹਾਂ, ਬਾਈਬਲ ਦੇ ਵਿੱਚ ਲਿਖਿਆ, ਯਾਕੂਬ ਕਹਿੰਦਾ ਕਿ ਅਸੀਂ ਸਾਰੇ ਬੋਲਣ 'ਚ ਅਨਾੜੀ ਆ। ਕਹਿੰਦਾ ਨਾ ਜੀਭ ਨੂੰ ਆਪਣੇ ਵੱਸ 'ਚ ਰੱਖੋ। ਉਹ ਸਭ ਤੋਂ ਪਹਿਲਾਂ ਕਹਿੰਦਾ ਅਸੀਂ ਸਾਰੇ ਬੋਲਣ 'ਚ ਅਨਾੜੀ, ਅਸੀਂ ਭੁੱਲਣਹਾਰ ਆ। ਹਾਂ, ਬੋਲਣ 'ਚ ਅਨਾੜੀ ਦੀ ਗੱਲ ਸੁਣ ਲਓ। ਯਿਸੂ ਮਸੀਹ ਕਹਿੰਦਾ ਇੱਕ ਬਾਪ ਨੇ ਆਪਣੇ ਇੱਕ ਪੁੱਤਰ ਨੂੰ ਕਿਹਾ ਕਿ ਜਾ ਫਸਲ ਖੇਤ ਵਿੱਚ ਜਾ, ਨੌਕਰ ਕੰਮ ਕਰਨ ਤੇ ਜਾ ਉਹਨਾਂ ਨੂੰ ਵੇਖ ਕੇ ਆ। ਕਹਿੰਦਾ ਹੁਣੇ ਹੀ ਜਾਣਾ। ਕੀ ਕਹਿੰਦਾ? ਤੇ ਲਿਖਿਆ ਗਿਆ ਹੀ ਨਹੀਂ। ਇੱਕ ਕੀ ਕਹਿੰਦਾ? ਮੇਰੇ ਕੋ ਨਹੀਂ ਜਾਇਆ ਜਾਂਦਾ। ਅਸਲ 'ਚ ਗੱਲ ਕੀ ਹੋਈ? ਪਹਿਲਾਂ ਜਦੋਂ ਮੁੰਡੇ ਨੂੰ ਜਿਹੜੇ ਪਹਿਲੇ ਨੂੰ ਕਿਹਾ, ਉਹਨੇ ਸਿੱਧਾ ਠੋਕ ਕੇ ਜਵਾਬ ਦਿੱਤਾ, ਮੇਰੇ ਕੋ ਨਹੀਂ ਜਾਇਆ ਜਾਂਦਾ। ਪਿਓ ਨੇ ਸਮਝਿਆ ਇਹਨੇ ਤੇ ਜਾਣਾ ਨਹੀਂ। ਹੁਣ ਦੂਜੇ ਨੂੰ ਕਹਿਣਾ ਤੇ ਦੂਜਾ ਕੀ ਕਹਿੰਦਾ? ਹੁਣੇ ਹੀ ਗਿਆ ਪਿਤਾ ਜੀ। ਲਿਖਿਆ ਪਹਿਲਾਂ ਬੋਲਿਆ ਤੇ ਪੁੱਠਾ, ਪਰ ਪਛਤਾ ਕੇ ਚਲਾ ਗਿਆ। ਤੇ ਜਿਹੜਾ ਕਹਿੰਦਾ ਨਾ ਹੁਣੇ ਹੀ ਜਾਣਾ, ਉਹ ਗਿਆ ਹੀ ਨਹੀਂ। ਫਿਰ ਚੰਗਾ ਪੁੱਤਰ ਕਿਹੜਾ ਸੀ? ਜਿਹੜਾ ਬੋਲਿਆ ਭਾਵੇਂ ਗਲਤ ਪਰ ਚਲਾ ਗਿਆ। ਇੱਥੇ ਯਿਸੂ ਮਸੀਹ ਵੀ ਮਾਂ ਬਾਪ ਨੂੰ ਕਹਿੰਦਾ, ਤੁਸੀਂ ਕਿਉਂ ਲੱਭਦੇ ਫਿਰਦੇ ਵੀ ਮੈਨੂੰ? ਤੁਹਾਨੂੰ ਨਹੀਂ ਪਤਾ? ਮਰੀਮ ਨੂੰ ਕਹਿੰਦਾ ਹੋਣਾ, ਕਿਉਂਕਿ ਮਰੀਮ ਯੂਸਫ ਨੇ ਦੱਸਿਆ ਹੋਣਾ ਵੀ ਏਦਾਂ ਏਦਾਂ ਸਵਰਗਦੂਤ ਆਇਆ ਸੀ, ਤੇਰੇ ਜਨਮ ਦੇ ਬਾਰੇ ਦੱਸਿਆ ਸੀ। ਤਦੇ ਕਹਿੰਦਾ ਤੁਹਾਨੂੰ ਪਤਾ ਨਹੀਂ ਆ? ਹਾਲੇਲੂਇਆ। ਕਹਿੰਦਾ ਤੁਹਾਨੂੰ ਪਤਾ ਨਹੀਂ ਆ? ਅਗਰ ਤੁਸੀਂ ਇਸ ਲਾਈਨ ਨੂੰ ਥੋੜਾ ਡੀਪਲੀ ਸਮਝੋ ਤੇ ਯਿਸੂ ਮਸੀਹ ਦਾ ਜਵਾਬ ਬੜਾ ਕੜੰਗਾ ਸੀ ਉਹਨਾਂ ਨੂੰ। ਕਹਿੰਦਾ ਕਦ ਨਹੀਂ ਲੱਭਦੇ ਫਿਰਦੇ ਮੈਨੂੰ? ਤੁਹਾਨੂੰ ਪਤਾ ਨਹੀਂ ਕਿ ਮੈਨੂੰ ਆਪਣੇ ਸਵਰਗੀ ਪਿਤਾ ਦੇ ਕੰਮਾਂ 'ਚ ਲੱਗੇ ਰਹਿਣਾ ਚਾਹੀਦਾ? ਪਰ ਪਿਤਾ ਆਵਾਜ਼ ਦਿੰਦਾ, ਏਦਾਂ ਨਾ ਬੋਲ, ਉੱਠ ਕੇ ਤੇ ਘਰ ਜਾ ਇਹਨਾਂ ਦੇ ਨਾਲ। ਕਿਉਂਕਿ ਉਦੋਂ ਯਿਸੂ ਮਸੀਹ ਨੇ ਸਮਝਿਆ ਕਿ ਮੇਰਾ ਮਾਂ-ਬਾਪ ਦੇ ਨਾਲ ਰਹਿਣਾ ਜ਼ਰੂਰੀ ਨਹੀਂ ਆ। ਹੁਣ ਮੈਂ ਹੈਕਲ ਦੇ ਵਿੱਚ ਆ ਗਿਆ ਵਾਂ ਤੇ ਕੀ ਕਰਨਾ ਹੁਣ ਇੱਥੇ? ਮੈਂ ਪਿਤਾ ਦਾ ਕੰਮ ਕਰਨਾ। ਪਰ ਪਿਤਾ ਕੀ ਕਹਿੰਦਾ? ਉੱਠ ਤੇ ਮਰੀਮ ਯੂਸਫ ਦੇ ਨਾਲ ਅਜੇ ਉਹਦੇ ਘਰ ਜਾ। ਹੈ ਘਰ ਫਿਰ ਉੱਥੇ ਹੈ ਕਦੀ ਮੰਜੀ ਬਣਦੀ, ਕਦੀ ਮੇਜ਼ ਬਣਦਾ, ਹੈ ਕਦੀ ਕੁਝ ਬਣਦਾ, ਕਦੀ ਹੈ। ਯਿਸੂ ਮਸੀਹ ਸਾਰਾ ਗਿਆਨ ਜਾਣਦਾ। ਕੋਈ ਆ ਕੇ ਟੁੱਟੀ ਮੰਜੀ ਚੁੱਕੀ ਲਿਆਉਂਦਾ ਨਾ ਮੋਢੇ ਤੇ, ਕਹਿੰਦਾ ਨਾ ਓ ਯਿਸੂ। ਉਦੋਂ ਤਾਂ ਇਦਾਂ ਹੀ ਕਹਿੰਦੇ ਹੋਣੇ ਨਾ ਕਈ, ਓ ਯਿਸੂ ਆ ਮੰਜੀ ਨੂੰ ਫਾੜ ਲਾਈ ਮਾੜੀ ਜੀ, ਠੀਕ ਹੈ। ਕਈ ਕਹਿੰਦੇ ਹੋਣੇ, ਓ ਯਾਰ ਇੱਕ ਪੀੜੀ ਬਣਾ ਦੀ, ਹੈ ਉਹ ਤਾਈ ਤੇਰੀ ਕੋ ਨਾ ਰੋਟੀਆਂ ਨਹੀਂ ਪੱਕਦੀਆਂ। 18 ਸਾਲ ਆਪਣੇ ਬਾਪ ਦੇ ਨਾਲ ਇਦਾਂ ਕੰਮ ਕੀਤਾ। ਇੱਕ ਦਿਨ ਫਿਰ ਸਵਰਗੀ ਬਾਪ ਦੀ ਆਵਾਜ਼ ਆਈ, ਉੱਠ ਯਹੂਨਾ ਕੋਲ ਜਾ। ਹਾਲੇਲੂਇਆ। ਕਿਹਦੇ ਕੋਲ ਜਾ? ਯਹੂਨਾ ਕੋਲ। ਉਹਦੇ ਕੋਲ ਜਾ ਕੇ ਬਪਤਿਸਮਾ ਲੈ। ਯਹੂਨਾ ਨੂੰ ਜਦੋਂ ਬਪਤਿਸਮੇ ਲੈ ਕੇ ਆ ਗਿਆ, ਯਹੂਨਾ ਕੀ ਕਹਿੰਦਾ? ਇਹ ਨਹੀਂ ਜੀ ਹੋਣਾ, ਮੈਨੂੰ ਤਾਂ ਤੁਹਾਡੇ ਕੋਲ ਬਪਤਿਸਮਾ ਲੈਣਾ ਚਾਹੀਦਾ। ਯਿਸੂ ਮਸੀਹ ਕਹਿੰਦਾ ਸਾਨੂੰ ਚਾਹੀਦਾ ਹੈ। ਉਹਨੇ ਸਾਨੂੰ ਕਿਉਂ ਵਰਤਿਆ? ਉਹਨੇ ਆਪਣੇ ਆਪ ਲਈ ਔਰ ਯਹੂਨਾ ਦੋਨਾਂ ਲਈ ਵਰਤਿਆ। ਸਾਨੂੰ ਚਾਹੀਦਾ ਕਿ ਅਸੀਂ ਰਲ ਮਿਲ ਕੇ ਪਰਮੇਸ਼ਰ ਦੇ ਧਰਮ ਨੂੰ ਕੀ ਕਰੀਏ? ਪੂਰਿਆ ਕਰੀਏ। ਅੱਜ ਅਸੀਂ ਜਦੋਂ ਪ੍ਰਭੂ ਦੇ ਪਾਕ ਲਹੂ ਨੂੰ ਪੀਂਦੇ ਆ, ਉਹਦੇ ਮਾਸ ਨੂੰ ਖਾਂਦੇ, ਇਹ ਅਸੀਂ ਧਾਰਮਿਕਤਾ ਨੂੰ ਪੂਰਾ ਕਰਦੇ ਹਾਂ। ਥੋੜਾ ਹੁਣ ਮੈਂ ਤੁਹਾਨੂੰ ਜਲਦੀ ਦੱਸਾਂਗਾ। ਮੈਂ ਯਿਸੂ ਮਸੀਹ ਤੋਂ ਗੱਲ ਸ਼ੁਰੂ ਕੀਤੀ। ਯਿਸੂ ਮਸੀਹ ਆਪਣੇ ਮਾਂ-ਬਾਪ ਦੇ ਆਗਿਆਕਾਰੀ ਚ ਰਿਹਾ। हालेलुया, हालेलुया, जोर से बोलो हालेलुया, बोलो यीशु के नाम की। बाइबल ਦੇ ਵਿੱਚ ਇੱਕ ਰਾਣੀ ਐਸਤਰ ਦੀ ਕਹਾਣੀ ਹੈ। ਉਹ ਯਹੂਦੀ ਲੋਕਾਂ ਦੀ ਬੇਟੀ ਸੀ, ਗਰੀਬ ਘਰ ਦੀ ਬੇਟੀ ਸੀ, ਪਰ ਖੁਦਾ ਦਾ ਫਜ਼ਲ ਹੋਇਆ ਉਹ ਰਾਣੀ ਬਣ ਗਈ। ਔਰ ਜਦੋਂ ਦੇ ਲੋਕਾਂ ਦੇ ਉੱਤੇ ਕਸ਼ਟ ਆਇਆ, ਉਹਨੇ ਆਪਣੇ ਲੋਕਾਂ ਦੇ ਲਈ ਫਾਸਟਿੰਗ ਕੀਤੀ। ਅੱਜ ਜਦੋਂ ਕਈਆਂ ਦੇ ਕੋਲ ਉਹ ਤੇ ਬਣ ਗਈ ਰਾਣੀ। ਕੀ ਬਣ ਗਈ ਬੋਲੋ? ਹੈਲੋ। ਕਈਆਂ ਦਾ ਨਾਂ ਕੀ ਰੱਖਿਆ ਹੁੰਦਾ? ਰਾਣੀ। ਤੇ ਰਾਣੀ ਗੋਇਆ ਪੱਥਣ ਦੀ ਹੁੰਦੀ।
ਉਹ ਨਾਂ ਦੀ ਰਾਣੀ ਨਹੀਂ ਸੀ, ਉਹ ਸੱਚੀ ਮੁੱਚੀ ਵਾਲੀ ਰਾਣੀ ਬਣ ਗਈ। ਕਈਆਂ ਦਾ ਨਾਂ ਰੱਖਿਆ ਹੁੰਦਾ ਸੋਨਾ, ਜਿਹਦਾ ਮਤਲਬ ਹੁੰਦਾ ਸੋਨਾ ਮਤਲਬ ਗੋਲਡ, ਤੇ ਕੰਮ ਉਹਨਾਂ ਦੇ ਕੋਲੇ ਨਾਲੋਂ ਵੀ ਮਾੜੇ ਹੁੰਦੇ। ਐਸਤਰ ਰਾਣੀ ਬਣ ਗਈ। ਯਹੂਦੀ ਲੋਕਾਂ ਦੇ ਖਿਲਾਫ ਇੱਕ ਮਤਾ ਪਾਸ ਹੋ ਗਿਆ ਕਿ ਸਾਰੇ ਯਹੂਦੀ ਲੋਕ ਇੱਕ ਦਿਨ 'ਚ ਮਾਰੇ ਜਾਣ। ਤਾਂ ਉਹਨੇ ਉੱਥੇ ਰਾਣੀ ਦਾ ਕਿਰਦਾਰ ਛੱਡ ਕੇ ਇੱਕ ਯਹੂਦੀ ਲੋਕਾਂ ਦੀ ਬੇਟੀ ਬਣ ਕੇ ਦਿਖਾਇਆ। ਹਾਲੇਲੂਇਆ। ਕੀ ਬਣ ਕੇ ਦਿਖਾਇਆ? ਯਹੂਦੀ ਲੋਕਾਂ ਦੀ ਇੱਕ ਅੱਛੀ ਬੇਟੀ ਬਣ ਕੇ ਦਿਖਾਇਆ ਉਹਨੇ। ਆਪਣੇ ਲੋਕਾਂ ਦੇ ਲਈ ਉਹਨੇ ਰੋਜ਼ਾ ਰੱਖਿਆ, ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ, ਰੋਜ਼ਾ ਰੱਖ ਕੇ ਰਾਜੇ ਦੇ ਅੱਗੇ ਗਈ। ਰਾਜੇ ਦੀ ਮਰਜ਼ੀ ਤੋਂ ਬਗੈਰ ਅਗਰ ਰਾਜੇ ਦੇ ਕੋਲ ਕੋਈ ਪਹੁੰਚ ਜਾਂਦਾ ਸੀ ਤੇ ਉਹ ਮਾਰ ਵੀ ਦਿੱਤਾ ਜਾਂਦਾ ਸੀ। ਯਾਨੀ ਕਿ ਉਹਨੇ ਇੱਕ ਅੱਛਾ ਕਰੈਕਟਰ ਨਿਭਾਇਆ। ਬੋਲੋ ਸਾਰੇ ਹਾਲੇਲੂਇਆ। ਰੂਥ ਬੁੱਤ ਪ੍ਰਸਤ ਲੋਕਾਂ ਦੀ ਲੜਕੀ, ਇੱਕ ਯਹੂਦੀ ਲੜਕੇ ਨਾਲ ਉਹਦੀ ਸ਼ਾਦੀ ਹੁੰਦੀ ਹੈ, ਉਹ ਮਰ ਜਾਂਦਾ ਹੈ, ਉਹਦਾ ਜੇਠ ਵੀ ਮਰ ਜਾਂਦਾ, ਉਹਦਾ ਸਹੁਰਾ ਵੀ ਮਰ ਜਾਂਦਾ। ਆਪਣੇ ਟੱਬਰ ਨੂੰ ਛੱਡ ਕੇ ਜਦੋਂ ਕਿ ਉਹਦੀ ਸੱਸ, ਜਿਹਦਾ ਨਾਂ ਨੋਮੀ ਲਿਖਿਆ ਬਾਈਬਲ ਦੇ ਵਿੱਚ, ਰੂਥ ਨੂੰ ਕਹਿੰਦੀ ਆ ਔਰ ਉਹਦੀ ਜਠਾਣੀ ਨੂੰ ਕਹਿੰਦੀ ਆ, ਮੇਰੇ ਦੋਨੋਂ ਮੁੰਡੇ ਮਰ ਗਏ, ਤੁਸੀਂ ਹੁਣ ਵਾਪਸ ਚਲੇ ਜਾਓ ਆਪਣੇ ਪਾਪ ਦੇ ਘਰ ਦੇ ਵਿੱਚ। ਲਿਖਿਆ ਵੱਡੀ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ, ਉਹਦੇ ਗਲ ਲਾ ਕੇ ਰੋਈ, ਉਹਨੂੰ ਚੁੰਮਿਆ ਤੇ ਚਲੀ ਗਈ। ਛੋਟੀ ਕਹਿੰਦੀ ਮੈਂ ਨਹੀਂ ਜਾਣਾ। ਉਹ ਕਹਿੰਦੀ ਚੱਲ ਜਾ। ਕਹਿੰਦੀ ਹੁਣ ਤੇ ਮੇਰੇ ਕੁੱਖ 'ਚ ਵੀ ਕੋਈ ਬੱਚਾ ਨਹੀਂ ਆ ਕਿ ਜਦੋਂ ਉਹ ਵੱਡਾ ਹੋਵੇ ਤੁਹਾਨੂੰ ਤੇਰੇ ਨਾਲ ਵਿਆਹ ਦਾਂ, ਚੱਲ ਜਾ ਵਾਪਸ। ਕਹਿੰਦੀ ਨਾ, ਤੇਰਾ ਪਰਮੇਸ਼ਰ, ਯਾਰ ਜਵਾਬ ਦਿਆ ਕਰੋ ਅਗਰ ਤੁਸੀਂ ਜਾਣਦੇ ਜੇ। ਕੀ ਕਹਿੰਦੀ ਰੂਥ? ਤੇਰਾ ਪਰਮੇਸ਼ਰ, ਤੇਰੇ ਲੋਕ ਮੇਰੇ ਲੋਕ ਹੋਣਗੇ। ਔਰ ਦੇਖੋ ਮੈਂ ਤੁਹਾਨੂੰ ਕਿੰਨੀ ਵਾਰੀ ਇਸ ਕਹਾਣੀ 'ਚੋਂ ਸਾਨੂੰ ਬੜਾ ਕੁਝ ਸਿੱਖਣ ਲਈ ਮਿਲਦਾ। ਮੈਂ ਤੁਹਾਨੂੰ ਬੜੀ ਵਾਰੀ ਦੱਸਿਆ, ਚਰਚ ਦੇ ਵਿੱਚ ਹਰ ਕਿਸੇ ਨੂੰ ਆਪਣੀ ਭੈਣ ਸਮਝੀਦਾ। ਅਗਰ ਉਹ ਤੁਹਾਡੇ ਤੋਂ ਕਾਫੀ ਛੋਟੀ, ਉਹਨੂੰ ਆਪਣੀ ਬੇਟੀ ਸਮਝੋ। ਸ਼ਾਦੀ ਜਿਹਦੇ ਨਾਲ ਹੋਣੀ ਉਹਦੇ ਨਾਲ ਹੋ ਕੇ ਰਹਿਣੀ ਹੈ। ਹਾਲੇਲੂਇਆ। ਕਿਉਂਕਿ ਉਹ ਪਰਮੇਸ਼ਰ ਦੀ ਯੋਜਨਾ ਆਉਂਦੀ ਉੱਤੇ। ਤੇ ਕਈਆਂ ਦਾ ਤੇ ਦਿਮਾਗ ਇਦਾਂ ਦਾ, ਬਟਾਲੇ ਗਏ, ਉੱਥੇ ਕੋਈ ਕੁੜੀ ਵਾਲੀ, ਰੱਬਾ ਇਹਦੇ ਨਾਲ ਵਿਆਹ ਜੇ, ਠੀਕ ਹੈ। ਲੁਧਿਆਣੇ ਗਏ, ਰੱਬਾ ਇਹਦੇ ਨਾਲ ਵਿਆਹ ਜੇ। ਜਾਣੀ ਕਿ ਭੈਣ ਤੇ ਕਿਸੇ ਨੂੰ ਸਮਝਣਾ ਹੀ ਨਹੀਂ ਨਾ। ਹਰ ਇੱਕ 'ਚ ਵਾਈਫ ਹੀ ਵਹਿੰਦਾ ਆਪਣੀ, ਤੇ ਮੁੜ ਕੇ ਵਾਈਫ ਮਿਲਦੀ ਨਹੀਂ, ਫਿਰ ਛੜਾ ਹੀ ਮਰ ਜਾਂਦਾ। ਰੂਥ ਜਦੋਂ ਨੋਮੀ ਦੇ ਨਾਲ ਵਾਪਸ ਆ ਗਈ, ਉਹਦੀ ਸੱਸ ਨੋਮੀ ਨੇ ਰੂਥ ਨੂੰ ਵਾਢੀ ਦੇ ਦਿਨਾਂ ਵਿੱਚ ਸਿੱਟੇ ਚੁਗਣ ਲਈ ਭੇਜਿਆ। ਜਾ ਕੇ ਸਿੱਟੇ ਚੁਗਦੀ ਆ, ਮਿਹਨਤ ਕਰਦੀ ਆ, ਕਿਸੇ ਮਰਦ ਦੇ ਉੱਤੇ ਅੱਖ ਨਹੀਂ ਲਾਈ ਉਹਨੇ। ਆਪਣਾ ਕਰੈਕਟਰ ਬਣਾ ਕੇ ਰੱਖਿਆ। ਇੱਕ ਬੋਝ ਨਾਂ ਦੇ ਬੰਦੇ ਨੂੰ ਜਦੋਂ ਉਹਦੇ ਬਾਰੇ ਪਤਾ ਲੱਗਾ, ਬੋਝ ਵੀ ਉਹਨੂੰ ਧੀ ਕਹਿ ਕੇ ਬੁਲਾਉਂਦਾ ਹੈ। ਬੋਲੋ ਸਾਰੇ ਹਾਲੇਲੂਇਆ। ਪਰ ਇੱਕ ਸਮਾਂ ਆਇਆ, ਇਹ ਖੁਦਾ ਦੀ ਯੋਜਨਾ ਸੀ, ਰੂਥ ਦੀ ਜਿਹੜੀ ਸ਼ਾਦੀ ਸੀ ਉਸ ਬੋਝ ਦੇ ਨਾਲ ਹੋ ਗਈ। ਬੁੱਤ ਪ੍ਰਸਤ ਲੋਕਾਂ 'ਚੋਂ ਨਿਕਲ ਕੇ ਆਈ, ਖੁਦਾ ਦੇ ਲੋਕਾਂ 'ਚ ਸ਼ਾਮਲ ਹੋਈ। ਅੱਜ ਬੋਝ ਦੀ ਪਤਨੀ ਬਣ ਗਈ, ਖੁਦਾ ਦੇ ਲੋਕਾਂ ਦੀ ਨੂੰਹ ਬਣ ਗਈ, ਬੇਟੀ ਬਣ ਗਈ, ਭਰਜਾਈ ਬਣ ਗਈ, ਵਾਈਫ ਬਣ ਗਈ। ਔਰ ਇੱਕ ਸਮਾਂ ਆਇਆ, ਲਿਖਿਆ ਬੋਝ ਤੋਂ ਤੇ ਰੂਥ ਤੋਂ ਇੱਕ ਮੁੰਡਾ ਜੰਮਿਆ, ਉਹਦਾ ਨਾਂ ਉਹਨਾਂ ਉਬੇਦ ਰੱਖਿਆ। ਹੁਣ ਉਬੇਦ ਦਾ ਵਿਆਹ ਕਰਤਾ, ਉਬੇਦ ਦੇ ਘਰ ਮੁੰਡਾ ਜੰਮਿਆ, ਉਹਦਾ ਨਾਂ ਉਹਨਾਂ ਨੇ ਜੱਸੀ ਰੱਖ ਦਿੱਤਾ। ਹੁਣ ਜੱਸੀ ਵੱਡਾ ਹੋਇਆ, ਜੱਸੀ ਦਾ ਵਿਆਹ ਕਰਤਾ, ਜੱਸੀ ਦੇ ਘਰ 8 ਮੁੰਡੇ ਪੈਦਾ ਹੋਏ। ਜਦੋਂ 8ਵਾਂ ਪੈਦਾ ਹੋਇਆ, ਉਹਦਾ ਨਾਂ ਉਹਨਾਂ ਦਾਊਦ ਰੱਖ ਦਿੱਤਾ। ਜ਼ੋਰ ਸੇ ਬੋਲੋ ਹਾਲੇਲੂਇਆ। ਉਹ ਤੁਹਾਨੂੰ ਸ਼ੈਤਾਨ ਇਹ ਗੱਲ ਤੁਹਾਡੇ ਦਿਮਾਗ 'ਚ ਪੈਣ ਹੀ ਨਹੀਂ ਦਿੰਦਾ ਕਿ ਪਤਾ ਨਹੀਂ ਆਉਣ ਵਾਲੇ ਤੁਹਾਡੇ ਨਸਲਨਾਮੇ ਦੇ ਵਿੱਚ ਕਿਹੜਾ ਬੈਨੀਹੀਨ ਪੈਦਾ ਹੋਣਾ, ਕਿਹੜਾ ਅੰਕ ਨਰੂਲਾ ਪੈਦਾ ਹੋਣਾ, ਕਿਹੜਾ ਰੱਬ ਦਾ ਸੇਵਕ ਪੈਦਾ ਹੋਣਾ। ਉਹ ਤੇ ਤੁਹਾਨੂੰ ਬਸ ਇੱਥੇ ਜਿਹੀ ਨਾ ਸ਼ੈਤਾਨ ਅੜਾ ਕੇ ਤੇ ਹੋਰ ਨਾ ਹੀ ਚੱਕਰਾਂ 'ਚ ਪਾ ਦਿੰਦਾ। ਇਸੇ ਲਈ ਤੇ ਕਿਸੇ ਖੁਦਾ ਦੇ ਸੇਵਕ ਨੇ ਗੀਤ ਲਿਖਿਆ, ਹੋ ਕੇ ਸ਼ਾਮਿਲ ਤੇਰੇ ਲੋਕਾਂ 'ਚ ਮੈਂ ਪਾਇਆ ਹੈ ਸ਼ਾਂਤੀਆਂ ਨਾਲ। ਸ਼ਾਂਤੀ ਆਰਾਮ ਜਿਹੜਾ ਹੈ ਉਹ ਖੁਦਾ ਦੀ ਹਜ਼ੂਰੀ 'ਚ ਮਿਲਦਾ ਹੈ। ਐਸਤਰ ਜਿਹੜੀ ਉਹਦੇ 'ਚ ਫੂਕ ਨਹੀਂ ਭਰੀ ਗਈ, ਮੈਂ ਰਾਣੀ ਆ,
ਤੁਸੀਂ ਮਰਦੇ ਤੇ ਮਰਦੇ ਰਹੋ, ਮੈਂ ਹੁਣ ਕੀ ਕਰਾਂ? ਆ ਦੱਸੋ, ਤੁਹਾਡੇ ਕਈਆਂ ਦੇ ਰਿਸ਼ਤੇਦਾਰ ਕਰਦੇ ਨਹੀਂ ਇਦਾਂ, ਜਿਨ੍ਹਾਂ ਕੋਲ 4 ਪੈਸੇ ਆ ਜਾਂਦੇ ਹੈ, ਤੁਹਾਡੀ ਨਜ਼ਰ ਹੁੰਦੀ ਹੈ ਫਲਾਣਾ ਰਿਸ਼ਤੇਦਾਰ ਸਾਡੀ ਹੈਲਪ ਕਰੂ, ਕਿਸੇ ਨੇ ਨਹੀਂ ਜੇ ਕਰਨੀ। ਇਹ ਭੁਲੇਖੇ 'ਚ ਨਾ ਰਹੋ, ਕੋਈ ਇੱਕ ਵਾਰੀ ਕਰ ਦੂ, 2 ਵਾਰੀ ਕਰ ਦੂ। ਪਰਮੇਸ਼ਰ ਇਦਾਂ ਹੋਣ ਦਿੰਦਾ, ਕਿਉਂ? ਤਾਂ ਕਿ ਪਰਮੇਸ਼ਰ ਨੂੰ ਤੁਸੀਂ ਸਮਝੋ ਕਿ ਜੋ ਤੁਹਾਡੀ ਜ਼ਿੰਦਗੀ 'ਚ ਮੁੱਲ ਪਰਮੇਸ਼ਰ ਦਾ ਕਿਸੇ ਹੋਰ ਦਾ ਨਹੀਂ ਹੈ। ਅੱਛੇ ਹਸਬੈਂਡ ਬਣੋ ਜਿੱਦਾਂ ਦੇ ਬਾਈਬਲ 'ਚ ਲਿਖਿਆ, ਅੱਛੇ ਭਰਾ ਬਣੋ ਜਿੱਦਾਂ ਦਾ ਬਾਈਬਲ ਦੇ ਵਿੱਚ ਲਿਖਿਆ, ਅੱਛੀ ਸੱਸ ਬਣੋ ਨੋਮੀ ਵਰਗੀ। ਬੋਲੋ ਹਾਲੇਲੂਇਆ। ਰੂਥ ਨੂੰ ਉਹਨੇ ਆਪਣੀ ਧੀ ਬਣਾ ਕੇ ਰੱਖਿਆ, ਫਿਰ ਆਪਣੀ ਧੀ। ਹੁਣ ਦੇਖੋ, ਇਸ ਸੰਸਾਰ ਦੇ ਵਿੱਚ ਕਿੰਨੇ ਅਬੋਰਸ਼ਨ ਹੁੰਦੇ ਨੇ, ਕੋਈ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਚੁੱਕਦਾ, ਕੋਈ ਉਹਨਾਂ ਨੂੰ ਟੀਚਰਾਂ ਮਖੌਲ ਨਹੀਂ ਕਰਦਾ। ਕਾਫੀ ਸਾਲ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਸਿਆਣੇ ਬਿਆਣੇ ਜੋੜੇ ਦੇ ਘਰ ਇੱਕ ਮੁੰਡਾ ਪੈਦਾ ਹੋ ਗਿਆ। ਆ ਸਾਡੇ ਬਾਊ ਜੀ ਹੁਣੀ ਇੱਥੇ ਆ ਕੇ ਤੇ ਕੁਝ ਹੋਰ ਮੁੰਡੇ ਮਖੌਲ ਕਰੀ ਜਾਣ, ਡੈਡੀ ਸਾਡੇ ਨਾਲ ਤੇ ਦਿਵਾਲੇ ਹੋ ਗਏ, ਕਹਿੰਦੇ ਚੁੱਪ ਕਰੋ, ਸ਼ਰਮ ਕਰੋ। ਉਹਨਾਂ ਨੇ ਬੱਚੇ ਦੀ ਹੱਤਿਆ ਨਹੀਂ ਕੀਤੀ, ਬੱਚੇ ਨੂੰ ਜੰਮਿਆ ਉਹਨਾਂ ਨੇ, ਪੈਦਾ ਕੀਤਾ। ਜੇ ਤੁਸੀਂ ਸੰਸਾਰ ਦੇ ਤਰੀਕੇ ਨਾਲ ਚੱਲੋਗੇ ਤੇ ਸੰਸਾਰ ਜਿਹੜਾ ਵਾ ਉਹ ਗਲਤ ਚੀਜ਼ਾਂ ਨੂੰ ਜ਼ਿਆਦਾ ਸਪੋਰਟ ਕਰਦਾ। ਮੇਰਾ ਯਿਸੂ ਮਸੀਹ ਵਚਨ ਨੂੰ ਸਪੋਰਟ ਕਰਦਾ। ਜਦੋਂ ਤੁਸੀਂ ਵਚਨ ਦੇ ਵਿੱਚ ਖੜੇ ਜੇ ਨਾ, ਤੁਹਾਡੇ ਕੋਈ ਸਿਰ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤੁਸੀਂ ਵਚਨ 'ਚ ਖੜੇ ਰਹੋ। ਬੋਲੋ ਹਾਲੇਲੂਇਆ। ਕਲਾਮ 'ਚ ਖੜੇ ਰਹੋ, ਕਲਾਮ ਤੇ ਅੜੇ ਤੇ ਖੜੇ ਰਹੋ। ਕਈ ਮੈਨੂੰ ਆਉਂਦੀ, ਕਈ ਪ੍ਰੇਅਰ ਰਿਕੁਐਸਟਾਂ, ਰਿਕੁਐਸਟ ਤੇ ਰਿਕੁਐਸਟ, ਪ੍ਰੇ ਫॉर ਮੀ, ਆਈ ਡਿਡ ਨਾਟ ਗੋਟ ਮੈਰਿਜ, ਮਤਲਬ ਵੀ ਮੇਰੀ ਸ਼ਾਦੀ ਨਹੀਂ ਹੋ ਰਹੀ। ਨਹੀਂ ਹੋਣ ਦੀ ਤੇ ਫਿਰ ਕੀ ਕਰੇ ਖੁਦਾ ਇਹਦੇ 'ਚ? ਰੋਮੀਆਂ ਦੀ ਪੱਤਰੀ ਤੋਂ ਲੈ ਕੇ ਇਬਰਾਨੀਆਂ ਦੀ ਪੱਤਰੀ ਤੱਕ 14 ਪੱਤਰੀਆਂ ਬਣਦੀਆਂ, ਪਲੂਸ ਨੇ ਲਿਖੀਆਂ। ਕਿਹਨੇ ਲਿਖੀਆਂ? ਕਹਿੰਦਾ ਜਿਹੜਾ ਵਿਆਹ ਕਰਦਾ ਚੰਗਾ ਕਰਦਾ, ਤੇ ਕਹਿੰਦਾ ਜਿਹੜਾ ਨਹੀਂ ਕਰਦਾ ਨਾ, ਬੋਲੋ ਹਾਲੇਲੂਇਆ। ਉਹ ਕਲਾਮ ਨੂੰ ਪੜਿਆ ਕਰੋ। ਜੇ ਵਿਆਹ ਹੋ ਗਿਆ ਤੇ ਓਵਰ ਐਕਸਾਈਟਡ ਨਾ ਹੋ, ਹੈ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਇੰਨਾ ਨੱਚ ਲਿਆ ਮੁੜ ਕੇ ਹੁਣ ਸਾਰੀ ਉਮਰ ਹੀ ਬੁੱਚੀਆਂ ਪੈਂਦੀਆਂ। ਐ ਉਧਰ ਆਉਂਦਾ ਘਰ ਦੀ ਕਹਿੰਦੀ ਖੰਡ ਲਿਆ, ਪੱਤੀ ਲਿਆ, ਹੁਣ ਸਰਫ ਮੁੱਕ ਗਿਆ ਸਰਫ ਲਿਆ, ਹੈ ਹੁਣ ਉਹ ਲਾਇਆ ਜੇ ਲਾਇਆ, ਜਾ ਕੇ ਕੰਧ ਨਾਲ ਸਿਰ ਮਾਰਦਾ। ਯਾਰ ਛੜੇ ਹੀ ਚੰਗੇ ਹੀ, ਤੈਨੂੰ ਕਿਹਨੇ ਕਿਹਾ ਸੀ ਵਿਆਹ ਕਰ? ਉਹ ਵਿਆਹ ਤੂੰ ਕਰ, ਪਰ ਖੁਦਾ ਦੀ ਮਰਜ਼ੀ 'ਚ ਕਰ। ਬੋਲੋ ਸਾਰੇ ਹਾਲੇਲੂਇਆ। ਆਦਮ ਦੇ ਕੋਲ ਪਰਮੇਸ਼ਰ ਜੋੜਾ ਜੋੜਾ ਲੈ ਗਿਆ, ਹਰ ਇੱਕ ਜਾਨਵਰ ਦਾ, ਹਰ ਇੱਕ ਪੰਛੀ ਦਾ, ਹੈ। ਆਦਮ ਉਹਨਾਂ ਨੂੰ ਵੇਖ ਵੇਖ ਕੇ ਜਾਂਚ ਕੇ ਕਹਿੰਦਾ, ਆ ਬਾਂਦਰ ਤੇ ਆ ਪਰਮੇਸ਼ਰ ਬਾਂਦਰੀ, ਪਰਮੇਸ਼ਰ ਆ ਕੁੱਤਾ ਤੇ ਆ ਪਰਮੇਸ਼ਰ ਕੁੱਤੀ। ਲਿਖਿਆ ਸਾਰਿਆਂ ਨੂੰ ਨਾਂ ਆਦਮ ਨੇ ਦਿੱਤੇ। ਪਰਮੇਸ਼ਰ ਆ ਕਬੂਤਰ ਤੇ ਆ ਕਬੂਤਰੀ, ਪਰਮੇਸ਼ਰ ਆ ਚਿੜਾ ਤੇ ਆ ਚਿੜੀ, ਹੈ। ਪਰਮੇਸ਼ਰ ਆ ਘੋੜਾ ਤੇ ਆ ਘੋੜੀ, ਆ ਖੋਤਾ ਤੇ ਆ ਇਦਾਂ। ਦੇਖੋ, ਜਿਸ ਬੰਦੇ ਨੇ ਸਾਰੀ ਧਰਤੀ ਦੇ ਡੰਗਰਾਂ ਦੇ ਪੰਛੀਆਂ ਦੇ ਨਾਂ ਰੱਖਦੇ, ਨਾਂ ਰੱਖਣ ਤੋਂ ਬਾਅਦ ਉਹਨੇ ਇੱਕ ਵਾਰੀ ਵੀ ਪਰਮੇਸ਼ਰ ਨੂੰ ਨਹੀਂ ਕਿਹਾ, ਪਰਮੇਸ਼ਰ ਮੈਂ ਬੰਦਾ ਤੇ ਬੰਦੀ ਕਿੱਥੇ? ਉਦੋਂ ਦੀਪਕ ਜੌਨਸਨ ਇੱਥੇ ਕਹਿਣ ਡਿਆ ਨਾ, ਕਹਿੰਦਾ ਕਈਆਂ ਨੂੰ ਇਹੋ ਵੀ ਬੜਾ ਫਿਕਰ ਪਿਆ ਹੁੰਦਾ ਵੀ ਮੇਰਾ ਘਰੇ ਕੁਝ ਬਣਨਾ ਹੀ ਨਹੀਂ ਹੈ। ਪਰ ਇੱਕ ਦਿਨ ਪਰਮੇਸ਼ਰ ਕਹਿੰਦਾ, ਇੱਕ ਦਿਨ ਭਲਾ ਕਿੰਨੇ ਚਿਰ ਬਾਅਦ ਆਇਆ? 100 ਸਾਲ ਬਾਅਦ। ਪਰਮੇਸ਼ਰ ਕਹਿੰਦਾ ਚੰਗਾ ਨਹੀਂ ਕਿ ਆਦਮੀ ਕੀ ਰਵੇ। ਤੁਸੀਂ ਅਜੇ ਇਕੱਲੇ ਜੇ ਨਾ, ਪਤਾ ਕਿਉਂ ਇਕੱਲੇ ਜੇ? ਕਿਉਂਕਿ ਖੁਦਾ ਨੂੰ ਤੁਸੀਂ ਇਕੱਲੇ ਹੀ ਅਜੇ ਵਧੀਆ ਲੱਗਦੇ ਜੀ। ਬੋਲੋ ਹਾਲੇਲੂਇਆ। ਜਿੱਦਣ ਪਰਮੇਸ਼ਰ ਨੂੰ ਨਜ਼ਰ ਆ ਗਿਆ ਨਾ ਵੀ ਹੁਣ ਤੁਸੀਂ ਇਕੱਲੇ ਚੰਗੇ ਨਹੀਂ ਲੱਗਦੇ, ਉਹਨੇ ਆਪੇ ਜੋੜਾ ਬਣਾ ਦੇਣਾ। ਬਸ ਤੁਸੀਂ ਉਹਦੇ ਵਚਨਾਂ 'ਚ ਅੜੇ ਤੇ ਖੜੇ ਰਹੋ।
तेरी शादी हो गई, बच्चे नहीं हो रहे? हाँ, अब्राहम ਨੂੰ किन्ने साल लग गए? 24 साल। ओए अजकल तो ट्रीटमेंट ही इन्ने आ, ओ करा लो, जे करा लो, बेबी ट्यूब रखा लो, है पता नहीं किन्ने किन्ने ट्रीटमेंट आ। तुसीं दसो अब्राहम के समय किहड़ा ट्रीटमेंट ही? देसी बंदे, देसी उन्हां दियां गल्लां। परमेश्वर ने आप ही कहा सी अब्राहम नूं, तैनूं मैं बहुत सारियां कौमां दा की बनावांगा? पिता बनावांगा। परमेश्वर दे वादे अटल ने, याद रखो। की है परमेश्वर दे वादे? परमेश्वर दे वादे अटल, कदे नहीं खत्म नहीं होंदे, पूरे होंदे। पर परमेश्वर तुहानूं रियलाइज कराउंदा है कि तुहाडी उम्मीद ते आस खत्म हो जाए। हुण अब्राहम ते सारा तो बच्चों वाली हालात जिहड़ी सी खत्म हो चुकी सी, नहीं पैदा हो सकते। सारा भी कहंदी ये नहीं होना। अब्राहम की कहंदा, ओ परमेश्वर रहन दे, इस्माइल ही तेरे हजूर जिंदा रहे। परमेश्वर कहंदा इस्माइल नूं मैं बरकत देवांगा, पर तेरी असली औरत सारा तो एक बेटा पैदा होएगा, ओहदे तो तेरा नस्लनामा चलेगा। बोलो होया कि नहीं होया? पर होया किदां? अब्राहम ने अपने करैक्टर नूं मेनटेन किया। बोलो सारे हालेलुया। एक कंध नूं सही तरीके नाल कड्ढण दे लई सूत्र की लोड़ पैंदी है ते साल की लोड़ पैंदी। फर्श अच्छे तरीके नाल पाउण दे लई लैवल की लोड़ पैंदी। अपनी जिंदगी नूं सही तरीके नाल जीण दे लई तुहानूं बाइबल की लोड़ है, खुदा दे कलाम की लोड़ है। परमेश्वर के वचन का आदर करया करो, परमेश्वर के वचन के अनुसार अपनी जिंदगी बनाओ, अपन जिम्मेवारियां समझो। हर एक भैन भरा तुहाडा फर्ज बनता कि संडे नूं असीं सिर्फ और सिर्फ खुदा की हजूरी च होवांगे। एक डिसीजन लो, और जिद्दन तुसीं डिसीजन लै लोगे ना, बस शैतान तुहाडे अगे फिर उन्हां डिसीजनां नूं गलत ठहराउण दे लई मसले खड़े करने शुरू कर देगा। उन्हां मसलियां नूं कुचलना है। अज तुहाडी लाइफ दे विच जिहड़ी प्रॉब्लम आ, वो कोई मुद्दा नहीं आ। मुद्दा यह आ, मैनू जिस काम दे लई खुदा ने चुनिया, उस काम दा मैं किन्ने परसेंट परमेश्वर नूं दे रहा। मिस्त्री एक बंदे नूं नाल दिहाड़ी ते लैके जांदा है, वो दिहाड़ीदार बंदे का काम की हुंदा? मिस्त्री कहंदा मसाला बनाओ, मसाला बनाउंदा। मिस्त्री कहंदा इट फड़ाओ, इट फड़ाउंदा। मिस्त्री कहंदा हुण अद्धा फड़ा, हुण पौना फड़ा, हुण डेली फड़ा। ते जिहड़ा कवे मान लो आ डेली आ, मिस्त्री नूं कहे मारा तेरे सिर च रख के की पखंड करना, कदी अद्धा फड़ा, कदी ओह फड़ा। एक वारी दस दियां की फड़ाउणा? ਉਹਨੂੰ ਡਾਓ ਮਿਸਤਰੀ ਕੰਮ ਦੇ ਨਾਲ। ਆਪ ਪੈਲੀ 'ਚ ਦਿਹਾੜੀ ਕਰਨ ਜਾਂਦੇ ਜੀ, ਆਪ ਕਿਸੇ ਦੇ ਘਰ 'ਚ ਕੰਮ ਕਰਨ ਜਾਂਦੇ ਜੇ, ਉਹ ਆਪ ਦਾ ਕੰਮ ਦੇਖਦਾ ਫਿਰ ਤੁਹਾਨੂੰ ਪੈਸੇ ਦਿੰਦਾ। ਬੋਲੋ ਇਦਾਂ ਹੁੰਦਾ ਕਿ ਨਹੀਂ ਹੁੰਦਾ? ਹੈਲੋ, ਉਹ ਤੁਹਾਡਾ ਕੰਮ ਦੇਖਦਾ ਕਿ ਤੁਹਾਡਾ ਕੰਮ ਕੈਸਾ ਆ, ਉਹਦੇ ਅਨੁਸਾਰ ਤੁਹਾਨੂੰ ਮਿਹਨਤ ਮਿਲਦੀ ਹੈ। ਅਸੀਂ ਸੜਕ ਤੇ ਪੱਥਰ ਪਾਉਣ ਚਲੇ ਗਏ, ਪੜ੍ਹਦੇ ਹੁੰਦੇ ਸੀ ਉਦੋਂ, ਦਿਹਾੜੀ ਚੱਲ ਕੇ ਸੜਕ ਤੇ ਪੱਥਰ ਪਾਉਣ, ਪੱਥਰ ਪਾ ਰਹੇ ਤੇ ਇੱਕ ਨਿੱਕਾ ਜਿਹਾ ਮੁੰਡਾ ਨਾਲ ਡਾਇਆ। ਮੈਂ ਫੋਰਮੈਨ ਨੂੰ ਕਿਹਾ, ਮੈਂ ਇਹਨੂੰ ਕੱਲ ਹੀ ਡਾਇਆ ਨਾਲ। ਉਹ ਕਹਿੰਦਾ ਰੁਪਈਏ 60 ਰੁਪਈਏ ਉਦੋਂ ਦਿਹਾੜੀ ਹੁੰਦੀ ਸੀ। ਉਹ ਕਹਿੰਦਾ ਇਹਨੂੰ ਰੁਪਈਏ 20 ਦੇ ਛੱਡਣੇ ਹੈਗੇ। ਮੈਂ ਕਿਹਾ 20 ਕਿਉਂ, ਜਦੋਂ ਇਹਨੇ ਵੀ ਸਾਰੀ ਦਿਹਾੜੀ ਖਪਣਾ। ਕਹਿੰਦਾ ਤੂੰ ਇੱਥੇ ਰਹੀ ਵੇਖ ਲਈ, ਉਹ ਸਾਰੀ ਦਿਹਾੜੀ ਕੋਈ ਕੰਮ ਨਹੀਂ ਕਰਦਾ। ਜੇ ਉਹਨੂੰ ਕਹਿਣਾ ਨਾ ਪਾਣੀ ਲੈ ਗਿਆ, ਆਪੇ ਪੀ ਲੋਗੇ ਜਾ ਕੇ। ਜੇ ਉਹਨੂੰ ਕਹਿਣਾ ਨਾ ਟੋਕਰੀ ਫੜਾ, ਫੜ ਲਓ, ਤੁਹਾਡੇ ਹੱਥ ਟੁੱਟੇ। ਤੇ ਜਦੋਂ ਪੱਥਰ ਖਿਲਾਰਨਾ ਨਾ, ਅਸੀਂ ਕਈਆਂ ਨਾਲ ਖਿਲਾਰਨਾ, ਤੇ ਉਹਨੇ ਇੱਕ ਟੋਟਾ ਚੁੱਕ ਕੇ ਨਾ ਪੱਥਰ ਦਾ ਐ ਸੁੱਟ ਦੇਣਾ। ਆ ਸੁੱਟਤਾ ਹੀ। ਸ਼ਾਮਾਂ ਨੂੰ ਮੈਨੂੰ ਫੋਰਮੈਨ ਕਹਿੰਦਾ 10 ਹੁਣ। ਮੈਂ ਵਾਕਿਆ ਤੇ 10 ਰੁਪਈਆਂ ਦੇ ਲੈਣ ਦਾ ਵੀ ਹੱਕਦਾਰ ਨਹੀਂ।
ਪਰ ਕਈ ਦੇਖੋ ਹੁੰਦੇ ਛੋਟੇ ਹੀ ਆ, ਪਰ ਉਹ ਕੰਮ ਦੀ ਨੇਰੀ ਲਿਆਈ ਜਾਂਦੇ। ਪਰਮੇਸ਼ਰ ਕਹਿੰਦਾ ਮੈਂ ਤੇਰੇ ਕੰਮਾਂ ਨੂੰ ਜਾਣਦਾ। ਬੋਲੋ ਹਾਲੇਲੂਇਆ। ਲਾਸਟ ਕੁਝ ਆਇਤਾਂ ਪੜਾਂਗੇ, ਫਿਰ ਅਸੀਂ ਪ੍ਰਾਰਥਨਾ 'ਚ ਚੱਲਾਂਗੇ। ਪ੍ਰਕਾਸ਼ ਦੀ ਪੋਥੀ ਉਹਦਾ 2 ਅਧਿਆਏ। ਦੋ ਆਇਤ। ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ। ਬੋਲੋ, ਪਰਮੇਸ਼ਰ ਸਾਡੇ ਕੰਮਾਂ ਨੂੰ ਵੀ ਜਾਣਦਾ, ਸਾਡੀ ਮਿਹਨਤ ਨੂੰ ਜਾਣਦਾ, ਸਾਡੇ ਸਬਰ ਨੂੰ ਜਾਣਦਾ। ਐਵਰੀਥਿੰਗ, ਸਭ ਕੁਝ ਜਾਣਦਾ ਪਰਮੇਸ਼ਰ। ਉਹਦੇ ਤੋਂ ਕੁਝ ਲੁਕਿਆ ਹੋਇਆ ਨਹੀਂ ਹੈ, ਸਭ ਕੁਝ ਜਾਣਦਾ ਪਰਮੇਸ਼ਰ ਹੈ। ਤੁਸੀਂ ਬੰਦਗੀ 'ਚ ਬੜੀ ਵਧੀਆ ਤਾਲੀ ਵਜਾਉਂਦੇ ਜੇ, ਗੀਤ ਗਾਉਂਦੇ, ਪਰਮੇਸ਼ਰ ਜਾਣਦਾ ਹੈ। ਤੇ ਘਰ ਜਾ ਕੇ ਤੁਸੀਂ ਚੰਡੀਆਂ ਬਣ ਜਾਂਦੀਆਂ, ਪਰਮੇਸ਼ਰ ਇਹ ਵੀ ਜਾਣਦਾ। ਬੰਦਗੀ 'ਚ ਤੁਸੀਂ ਬੜੇ ਵਧੀਆ ਫਰਿਸ਼ਤੇ ਬਣੇ ਹੁੰਦੇ ਜੇ, ਘਰਾਂ 'ਚ ਜਾ ਕੇ ਤੁਸੀਂ ਨਾਰਦ ਬਣ ਜਾਂਦੇ ਜੇ, ਪਰਮੇਸ਼ਰ ਇਹ ਵੀ ਜਾਣਦਾ। ਤੁਸੀਂ ਕਿਹਦੇ ਨਾਲ ਠੱਗੀ ਮਾਰੀ, ਪਰਮੇਸ਼ਰ ਜਾਣਦਾ ਹੈ। ਕਿਹਦੇ ਉੱਤੇ ਤੁਸੀਂ ਗੰਦੀ ਨਜ਼ਰ ਰੱਖਦੇ ਜੇ, ਪਰਮੇਸ਼ਰ ਜਾਣਦਾ ਹੈ। ਉਹਦੇ ਤੋਂ ਕੁਝ ਨਹੀਂ ਛੁਪਿਆ ਹੋਇਆ। ਇਸ ਲਈ ਆਪਣਾ ਕਰੈਕਟਰ ਮੇਨਟੇਨ ਕਰੋ, ਜੈਸਾ ਕਰੈਕਟਰ ਤੁਹਾਨੂੰ ਖੁਦਾ ਨੇ ਦਿੱਤਾ। ਇੱਕ ਜਦੋਂ ਫਿਲਮ ਬਣਦੀ ਨਾ, ਬਾਲੀਵੁੱਡ ਜਾਂ ਹਾਲੀਵੁੱਡ ਦੀ, ਉਹਦੇ ਵਿੱਚ ਰੋਲ ਦਿੱਤੇ ਜਾਂਦੇ ਆ। ਤੂੰ ਹੀਰੋ ਆ, ਤੂੰ ਵਿਲਨ ਆ, ਤੂੰ ਵਿਲਨ ਦਾ ਚਮਚਾ ਆ, ਠੀਕ ਆ ਹੀਰੋਇਨ, ਠੀਕ ਆ। ਉਹਨੂੰ ਹਰ ਇੱਕ ਨੂੰ ਆਪਣੇ ਰੋਲ ਦੇ ਮੁਤਾਬਕ, ਆਪਣੇ ਕਰੈਕਟਰ ਦੇ ਮੁਤਾਬਕ ਕੰਮ ਕਰਨਾ ਪੈਂਦਾ, ਫਿਰ ਉਹ ਫਿਲਮ ਜਾ ਕੇ ਸੁਪਰ ਹਿੱਟ ਹੁੰਦੀ ਹੈ। ਪਰਮੇਸ਼ਰ ਨੇ ਆਪ ਨੂੰ ਵੀ ਰੋਲ ਦਿੱਤੇ ਹੋਏ ਨੇ। ਯਿਸੂ ਮਸੀਹ ਨੂੰ ਰੋਲ ਦਿੱਤਾ ਸੀ ਪਰਮੇਸ਼ਰ ਨੇ, ਤੂੰ ਲੇਲੇ ਦੀ ਤਰ੍ਹਾਂ ਜਾ ਕੇ ਕੁਰਬਾਨ ਹੋਣਾ ਹੈ। ਕਿਹਦੀ ਤਰ੍ਹਾਂ? ਲੇਲੇ ਦੀ। ਜਦੋਂ ਤੈਨੂੰ ਫੜਨੇ ਆਉਣਾ, ਕਿਸੇ ਨੂੰ ਜਲਵਾ ਨਾ ਦਿਖਾ ਦੀ ਆਪਣਾ ਕਿਤੇ। ਸਮਝ ਆਈ ਗੱਲ? ਜਦੋਂ ਤੈਨੂੰ ਫੜਨ ਆਉਣਾ ਤੇ ਕਿਸੇ ਨੂੰ ਆਪਣਾ ਜਲਵਾ ਨਾ ਦਿਖਾ ਦੀ, ਆਪਣੀ ਤਾਕਤ ਦਾ ਜ਼ੋਰ ਨਾ ਵਿਖਾਉਣ ਡੈ ਪਈ ਉੱਥੇ। ਚੁੱਪ ਕਰਕੇ ਚੱਲ ਜੀ ਉਹਨਾਂ ਦੇ ਨਾਲ ਜਦੋਂ ਤੈਨੂੰ ਫੜ ਕੇ ਖੜਨਗੇ। ਜਦੋਂ ਤੇਰੀ ਦਾੜੀ ਪੁੱਟਣਗੇ, ਤੇਰੇ ਮੂੰਹ ਤੇ ਥੁੱਕਣਗੇ ਨਾ, ਤੇ ਤੂੰ ਚੁੱਪ ਕਰਕੇ ਜਰਨਾ ਵਾ। ਤੂੰ ਕੋਈ ਜਵਾਬ ਨਹੀਂ ਦੇਣਾ ਉਹਨਾਂ ਨੂੰ। ਜਦੋਂ ਤੈਨੂੰ ਸਲੀਬ ਦੇ ਉੱਤੇ ਟੰਗ ਦੇਣਗੇ ਨਾ ਫੜ ਕੇ, ਤੇ ਤੈਨੂੰ ਠੱਠੇ ਕੀਤੇ ਜਾਣਗੇ, ਤੈਨੂੰ ਮਖੌਲ ਕੀਤੇ ਜਾਣਗੇ, ਪਰ ਤੂੰ ਚੁੱਪ ਰਹੀਂ। ਬੋਲੋ ਸਾਰੇ ਹਾਲੇਲੂਇਆ। ਇਦਾਂ ਯਿਸੂ ਮਸੀਹ ਨੂੰ ਪਤਾ ਸੀ ਆਪਣੇ ਕਰੈਕਟਰ ਦੇ ਬਾਰੇ। ਆਪ ਯਾਦ ਰੱਖਿਆ ਕਰੋ, ਕੋਈ ਆਪ ਨੂੰ ਗਾਲਾਂ ਕੱਢ ਰਿਹਾ, ਆਪ ਨੂੰ ਉਕਸਾ ਰਿਹਾ, ਆਪ ਨੇ ਯਾਦ ਰੱਖਣਾ ਹੈ, ਮੈਂ ਖੁਦਾ ਦਾ ਬੇਟਾ ਹਾਂ, ਮੈਂ ਖੁਦਾ ਦੀ ਬੇਟੀ ਹਾਂ। ਮੈਂ ਉਹ ਨਹੀਂ ਕਰਾਂਗਾ ਜੋ ਇਹ ਮੈਨੂੰ ਬਣਾਉਣਾ ਚਾਹ ਰਿਹਾ। ਆਓ ਸਾਰੇ ਅੱਖਾਂ ਬੰਦ ਕਰੀਏ।